ਸਭ ਤੋਂ ਪਹਿਲਾਂ ਤੇ ਇਹ ਅੰਮ੍ਰਿਤਪਾਲ ਸਿੰਘ ਨੂੰ ਕਲੀਅਰ ਕਰਨਾ ਚਾਹੀਦਾ ਸੀ ਵੀ ਮੈਂ ਜਿਹੜਾ ਜਥੇਦਾਰ ਹੈ ਉਹ ਹਰਪ੍ਰੀਤ ਸਿੰਘ ਨੂੰ ਮੰਨਦਾ ਹਾਂ ਜਾਂ ਮੈਂ ਜਗਤਾਰ ਸਿੰਘ ਹਵਾਰਾ ਨੂੰ ਮੰਨਦਾ। ਹੁਣ ਜਿਹੜੇ ਅੰਮ੍ਰਿਤਪਾਲ ਸਿੰਘ ਦੇ ਨਾਲ ਦੇ ਬੰਦੇ ਆ ਉਹ ਸ਼ਰੇਆਮ ਹਰਪ੍ਰੀਤ ਸਿੰਘ ਨੂੰ ਰਿਜੈਕਟ ਕਰਕੇ ਜਗਤਾਰ ਸਿੰਘ ਹਵਾਰਾ ਨੂੰ ਉਹ ਜਥੇਦਾਰ ਮੰਨਦੇ, ਹਜੇ ਤੱਕ ਵੀ ਮੰਨਦੇ ਆ। ਪਰ ਜਦੋਂ ਹੁਣ ਸਰਬੱਤ ਖਾਲਸਾ ਬਣਾਉਣ ਦੀ ਕਾਲ ਆਉਂਦੀ ਹੈ ਉਹ ਅੰਮ੍ਰਿਤਪਾਲ ਸਿੰਘ ਹਰਪ੍ਰੀਤ ਸਿੰਘ ਨੂੰ ਬੇਨਤੀ ਕਰਦੇ ਪਏ ਆ। ਪਹਿਲਾਂ ਤਾਂ ਇਹ ਸਾਨੂੰ ਕਲੀਅਰ ਕਰਨਾ ਪਏਗਾ ਇਹ ਅਥਾਰਟੀ ਕਿਹਦੇ ਕੋਲੇ ਸਰਬੱਤ ਖਾਲਸਾ ਬਣਾਉਣ ਦੀ। ਗਿਆਨੀ ਹਰਪ੍ਰੀਤ ਸਿੰਘ ਦੇ ਕੋਲੇ ਸਰਬੱਤ ਖਾਲਸਾ ਬਣਾਉਣ ਦੀ ਕੋਈ ਅਥਾਰਟੀ ਨਹੀਂ ਹੈ। ਸਰਕਾਰ ਦੇ ਅਧੀਨ ਚੱਲਣ ਵਾਲੀ ਜਿਹੜੀਆਂ ਸੰਸਥਾਵਾਂ ਨੇ ਔਰ ਉਹਨਾਂ ਵਿੱਚੋਂ ਨਿਕਲਿਆ ਹੋਇਆ ਜਥੇਦਾਰ ਕਿ ਉਹ ਸਰਬੱਤ ਖਾਲਸਾ ਬੁਲਾ ਲੇਗਾ। ਅੰਮ੍ਰਿਤਪਾਲ ਸਿੰਘ ਨੇ ਵਰਤਾਰਾ ਪਕੜਿਆ ਜਾਂ ਰਾਹ ਪਕੜਿਆ ਉਹ ਰਾਜਨੀਤਿਕ ਤੌਰ ਦੇ ਉੱਤੇ ਮਜ਼ਬੂਤੀ ਵਾਲਾ ਤੇ ਰਾਹ ਹੀ ਨਹੀਂ ਸੀ ਕੋਈ। ਅੰਮ੍ਰਿਤਪਾਲ ਨੂੰ ਇਹ ਕਲੀਅਰ ਹੀ ਨਹੀਂ ਸੀ ਮੈਂ ਕਰਨਾ ਕੀ ਹੈ। ਹੁਣ ਆਮ ਸਿੱਖਾਂ ਨੂੰ ਮੈਨੂੰ ਲੱਗਦਾ ਵੀ 90% ਸਿੱਖਾਂ ਨੂੰ ਇਹੀ ਨਹੀਂ ਗੱਲ ਦਾ ਪਤਾ ਵੀ ਸਰਬੱਤ ਖਾਲਸਾ ਬਣਾ ਕਿਉਂ ਬੁਲਾਉਣਾ। ਕੌਲ ਕਰਨ ਵਾਲੇ ਬੰਦੇ ਕੋਲੇ ਕੋਈ ਅਧਿਕਾਰ ਨਹੀਂ ਸੀ ਹੁੰਦਾ ਵੀ ਉਹ ਕੋਈ ਫੈਸਲਾ ਸੁਣਾਵੇ ਜੀ। ਉਹ ਸਿਰਫ ਇੱਕ ਸਪੋਕਸਪਰਸਨ ਹੁੰਦਾ ਸੀ। ਉਹ ਦੋ ਤਰ੍ਹਾਂ ਦੇ ਜਿਹੜੇ ਸਿੱਖ ਸਨ ਉਹ ਸਰਬੱਤ ਖਾਲਸਾ ਵਿੱਚ ਆਉਂਦੇ ਸੀ। ਇੱਕ ਆਮ ਸਿੱਖ ਜਿਹੜੇ ਇੱਕ ਅਕਾਲ ਪੁਰਖ ਤੇ ਇੱਕ ਗੁਰੂ ਗ੍ਰੰਥ ਸਾਹਿਬ ਤੇ ਭਰੋਸਾ ਰੱਖਦੇ ਆ ਜੀ। ਇਹ ਨਹੀਂ ਆ ਵੀ ਤੁਰਿਆ ਕਿਤੇ ਮਰਜੀ ਫਿਰੇ ਸਰਬੱਤ ਖਾਲਸਾ ਵਾਰੀ ਮੈਂ ਉੱਥੇ ਪਹੁੰਚ ਗਿਆ। ਸਤਿ ਸ਼੍ਰੀ ਅਕਾਲ ਜੀ, ਲੋਕ ਆਵਾਜ਼ ਟੀਵੀ ਦੇਖ ਰਹੇ ਹੋ ਤੁਸੀਂ, ਮੈਂ ਮਨਿੰਦਰਜੀਤ ਸਿੱਧੂ। ਦੋਸਤੋ, ਜਿਸ ਤਰੀਕੇ ਦੇ ਨਾਲ ਭਾਈ ਅੰਮ੍ਰਿਤਪਾਲ ਸਿੰਘ ਵੱਲੋਂ ਕਾਲ ਦਿੱਤੀ ਗਈ ਸੀ, ਅਪੀਲ ਕੀਤੀ ਗਈ ਸੀ ਕਿ ਸਰਬੱਤ ਖਾਲਸਾ ਸੱਦਿਆ ਜਾਵੇ ਆਕਾਸ਼ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ, ਪਰ ਜਿਸ ਤਰੀਕੇ ਨਾਲ ਅੱਜ ਤਾਰੀਖਾਂ ਐਲਾਨ ਦਿੱਤੀਆਂ ਗਈਆਂ ਸਮਾਗਮ ਦੀਆਂ, ਜੋ ਵਿਸਾਖੀ ਦਾ ਸਮਾਗਮ ਹੋਣਾ, ਉਹ ਤੋਂ ਇਹ ਲੱਗ ਰਿਹਾ ਕਿ ਸਰਬੱਤ ਖਾਲਸਾ ਐਲਾਨਣ ਦੇ ਮੂਡ ਦੇ ਵਿੱਚ ਨਹੀਂ ਹੈ ਜਥੇਦਾਰ ਸਾਹਿਬ। ਕਿਉਂਕਿ ਬਹੁਤੀਆਂ ਸੰਪਰਦਾਵਾਂ, ਬਹੁਤੇ ਜਿਹੜੇ ਸਿੱਖ ਸੰਸਥਾਵਾਂ ਵੱਲੋਂ ਇਹ ਆ ਰਿਹਾ ਸੀ ਕਿ ਕੋਈ ਇੱਕ ਬੰਦਾ ਸਰਬੱਤ ਖਾਲਸਾ ਇਸ ਤਰੀਕੇ ਨਾਲ ਨਹੀਂ ਸੱਦ ਸਕਦਾ। ਸਰਬੱਤ ਖਾਲਸਾ ਸੱਦਣ ਦੀ ਪ੍ਰਕਿਰਿਆ ਕੀ ਹੈ, ਸਰਬੱਤ ਖਾਲਸਾ ਕਦੋਂ ਸੱਦਿਆ ਗਿਆ, ਇਸ ਵਿਸ਼ੇ ਤੇ ਗੱਲਬਾਤ ਕਰਨ ਲਈ ਸਾਡੇ ਨਾਲ ਸੁਖਵੀਰ ਸਿੰਘ ਚੈਨਾ ਜੀ ਸਿੱਖ ਪ੍ਰਚਾਰਕ ਨੇ, ਗੱਲਬਾਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬਾਈ। ਸਭ ਤੋਂ ਪਹਿਲਾਂ ਅਸੀਂ ਜਾਣਨਾ ਚਾਹਾਂਗੇ ਜੀ ਕਿ ਸਰਬੱਤ ਖਾਲਸਾ ਹੁੰਦਾ ਕੀ ਹੈ, ਇਹਨੂੰ ਸੱਦਣ ਦਾ ਪ੍ਰੋਸੀਜਰ ਕੀ ਹੈ, ਕਦੋਂ ਇਹਨੂੰ ਸੱਦਣ ਦਾ ਪਹਿਲੀ ਵਾਰ ਸਟਾਰਟ ਹੋਇਆ ਤੇ ਹੁਣ ਤੱਕ ਕਿੰਨੇ ਵਾਰ ਸੱਦਿਆ ਗਿਆ। ਜਿਹੜਾ ਸਰਬੱਤ ਖਾਲਸਾ ਹੈ, ਜੇ ਅਸੀਂ ਇਹਦੇ ਕਨਸੈਪਟ ਨੂੰ ਲਈਏ ਤਾਂ ਬਾਈ ਜੀ ਜਦੋਂ ਗੁਰੂ ਸਾਹਿਬਾਨਾਂ ਦੇ ਵੇਲੇ ਦਾ ਜਿਹੜਾ ਸਮਾਂ ਹੈ ਨਾ, ਸਮਾਂ ਕਾਲ ਬੰਦ ਹੈ, ਉਹਦੇ ਵਿੱਚ ਸਰਬੱਤ ਖਾਲਸਾ ਸੀ ਜਿਹੜਾ ਉਹ ਕਦੇ ਇਦਾਂ ਦਾ ਕਨਸੈਪਟ ਨਹੀਂ ਮਿਲਦਾ। ਹਾਂ, ਇੱਕ ਵੱਖਰੇ ਰੂਪ ਦੇ ਵਿੱਚ ਗੱਲ ਹੁੰਦੀ ਸੀ। ਜਿਵੇਂ ਆਪਾਂ ਇਹ ਕਹਿ ਲਓ ਵੀ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਵੇਲੇ ਜਿਹੜੇ ਸੀ ਉਹ ਸਾਲ ਵਿੱਚ 2 ਜੋੜ ਮੇਲੇ ਕਰਾਏ ਜਾਂਦੇ ਸੀ। ਇੱਕ ਸਿੱਖ ਵਿਸਾਖੀ ਤੇ ਜੁੜਦੇ ਸੀ ਔਰ ਇੱਕ ਦੀਵਾਲੀ ਦੇ ਉੱਪਰ 6-6 ਮਹੀਨਿਆਂ ਬਾਅਦ ਜਿਹੜੇ ਸਿੱਖ ਸਨ ਜੁੜਦੇ ਸਨ। ਉਹ 6 ਮਹੀਨਿਆਂ ਬਾਅਦ ਜੁੜਦੇ ਸੀ। ਕੌਮ ਨੂੰ ਅੱਗੇ ਕਿਵੇਂ ਵਧਾਉਣਾ ਹੈ, ਸਮੇਂ ਦੀਆਂ ਜਿਹੜੀਆਂ ਸਮੱਸਿਆਵਾਂ ਨੇ ਉਹਨਾਂ ਨੂੰ ਸੋਲਵ ਕਿਵੇਂ ਕਰਨਾ ਹੈ, ਉਹ ਮਿਲ ਕੇ ਸਿੱਖ ਸੀ ਜਾਣ ਉਹ ਆਪਸ ਵਿੱਚ ਵਿਚਾਰ ਵਟਾਂਦਰਾ ਕਰਦੇ ਸਨ। ਉਸ ਤੋਂ ਬਾਅਦ ਜਿਹੜਾ ਪਹਿਲਾ ਸਰਬੱਤ ਖਾਲਸਾ ਆਪਾਂ ਦੇਖਦੇ ਹਾਂ ਇਤਿਹਾਸ ਦੇ ਵਿੱਚ ਤਾਂ ਲਗਭਗ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਤੋਂ ਬਾਅਦ 1722-23 ਦੇ ਵਿੱਚ ਮਾਤਾ ਸੁੰਦਰ ਕੌਰ ਜੀ ਔਰ ਭਾਈ ਮਣੀ ਸਿੰਘ ਹੋਰਾਂ ਦੇ ਵੱਲੋਂ ਜਿਹੜਾ ਸੀ ਉਹ ਅੰਮ੍ਰਿਤਸਰ ਸਾਹਿਬ ਬੁਲਾਇਆ ਜਾਂਦਾ, ਜਿਹੜਾ ਪਹਿਲਾ ਸਰਬੱਤ ਖਾਲਸਾ ਆਪਾਂ ਕਹਿ ਲਓ ਜੀ। ਉਹਦੇ ਵਿੱਚ ਕਿਉਂਕਿ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਤੋਂ ਬਾਅਦ ਜਿਹੜੀ ਸਿੱਖਾਂ ਦੀ ਸੀ ਇੱਕ ਹਾਲਤ ਸੀ ਜਿਹੜੀ ਉਹ ਬੜੀ ਹੋਰ ਤਰੀਕੇ ਦੀ ਬਣ ਗਈ ਸੀ, ਹੈ ਨਾ ਜੀ। ਇਸ ਕਰਕੇ ਉਦੋਂ ਬੁਲਾਇਆ ਗਿਆ। ਉਸ ਤੋਂ ਬਾਅਦ ਫਿਰ ਲਗਭਗ ਇਹ ਕਹਿ ਲਓ ਵੀ ਸਰਬੱਤ ਖਾਲਸਾ ਫਿਰ ਜੱਸਾ ਸਿੰਘ ਆਹਲੂਵਾਲੀਆ ਔਰ ਨਵਾਬ ਕਪੂਰ ਸਿੰਘ ਦੋਨਾਂ ਨੇ ਮਿਲ ਕੇ 1748 ਦੇ ਵਿੱਚ ਵੀ ਇਤਿਹਾਸਕਾਰ ਕਹਿੰਦੇ ਨੇ ਵੀ ਸਰਬੱਤ ਖਾਲਸਾ ਬੁਲਾਇਆ ਗਿਆ ਜੀ। ਉਸ ਤੋਂ ਬਾਅਦ 1762 ਦੇ ਵਿੱਚ ਵੀ ਆਉਂਦਾ ਜੀ ਵੀ ਸਰਬੱਤ ਖਾਲਸਾ ਬੁਲਾਇਆ ਗਿਆ ਜੀ। ਔਰ ਉਸ ਤੋਂ ਬਾਅਦ ਤਾਂ ਫਿਰ ਜਿਹੜੀਆਂ ਛੋਟੀਆਂ ਘਟਨਾਵਾਂ ਦੇ ਵੇਲੇ ਸਿੱਖ ਇਕੱਤਰ ਤਾਂ ਹੁੰਦੇ ਰਹੇ, ਪਰ ਉਸ ਤੋਂ ਬਾਅਦ ਇੱਦਾਂ ਨਹੀਂ ਮਿਲਦਾ ਵੀ ਸਰਬੱਤ ਖਾਲਸਾ ਦਾ ਕੋਈ ਮਿਲਿਆ ਹੋਵੇ ਆਪਾਂ ਨੂੰ ਇਤਿਹਾਸ ਵਿੱਚ। ਹਾਂ, ਉਸ ਤੋਂ ਬਾਅਦ 1986 ਦੇ ਵਿੱਚ ਫਿਰ ਜਿਹੜਾ ਹੈ ਉਹ ਸਰਬੱਤ ਖਾਲਸਾ ਦੇ ਨਾਮ ਦੇ ਉੱਤੇ ਟਕਸਾਲ ਨੇ ਕਾਲ ਦਿੱਤੀ ਇੱਕ ਕੌਮ ਨੂੰ। ਠੀਕ ਹੈ ਜੀ। ਪਰ ਉਹ ਵੀ ਜਿਹੜੇ ਨੇ ਵਿਚਾਰਵਾਨ ਨੇ, ਜਿਨ੍ਹਾਂ ਨੇ ਉਹ ਸਮਾਂ ਦੇਖਿਆ 1986 ਦਾ, ਉਹ ਮੰਨਦੇ ਨੇ ਇਸ ਗੱਲ ਨੂੰ ਵੀ ਪੂਰਾ ਸਰਬੱਤ ਖਾਲਸਾ ਉਹ ਨਹੀਂ ਸੀ, ਕੇਵਲ ਇੱਕ ਧੜੇ ਦੇ ਵੱਲੋਂ ਜਾਂ ਆਪਾਂ ਕਹ ਲਓ ਦਮਦਮੀ ਟਕਸਾਲ ਦੇ ਵੱਲੋਂ ਉਹ ਕਾਲ ਦਿੱਤੀ ਗਈ ਸੀ ਜੀ। ਔਰ ਉਹਦੇ ਵਿੱਚੋਂ ਕੁਝ ਨਹੀਂ ਪ੍ਰਾਪਤ ਹੋਇਆ। ਔਰ ਉਸ ਤੋਂ ਬਾਅਦ ਫਿਰ 2015 ਦਾ ਸਰਬੱਤ ਖਾਲਸਾ ਚੱਬੇ ਦੀ ਧਰਤੀ ਉੱਤੇ ਹੋਇਆ, ਆਪਾਂ ਸਾਰਿਆਂ ਨੇ ਦੇਖਿਆ ਜੀ। ਤਾਂ ਇਹ ਤਾਂ ਹੈ ਇਤਿਹਾਸ ਸਰਬੱਤ ਖਾਲਸਾ ਦਾ ਵੀ ਕਦੋਂ ਬੁਲਾਇਆ ਗਿਆ ਜੀ। ਜੇ ਆਪਾਂ ਇਹ ਦੇਖੀਏ ਵੀ ਸਰਬੱਤ ਖਾਲਸਾ ਹੈ ਕੀ ਹੈ,
ਸਰਬੱਤ ਖਾਲਸਾ ਸਿੱਖਾਂ ਦਾ ਇੱਕ ਬੜਾ ਪਿਆਰਾ ਤੇ ਪਵਿੱਤਰ ਕਨਸੈਪਟ ਹੈ ਜੀ, ਜਿਹਦਾ ਸਾਨੂੰ ਜ਼ਿਕਰ ਗੁਰਬਾਣੀ ਵਿੱਚੋਂ ਵੀ ਮਿਲ ਜਾਂਦਾ ਵੀ ਹੋਵੋ ਇਕੱਤਰ ਮਿਲੋ ਮੇਰੇ ਭਾਈ ਦੁਬਿਧਾ ਦੂਰ ਕਰੋ ਲਿਵ ਲਾਏ। ਜਦੋਂ ਵੀ ਕੌਮ ਦੇ ਉੱਤੇ ਕੋਈ ਆਪਸੀ ਤਕਰਾਰ ਵੀ ਆਉਂਦੀ ਸੀ, ਆਪਸੀ ਤਕਰਾਰ ਦੇ ਵਿੱਚ ਵੀ ਔਰ ਬਾਹਰੀ ਤੌਰ ਉੱਤੇ ਵੀ ਹਮਲੇ ਜਦੋਂ ਹੁੰਦੇ ਸੀ, ਉਹਨਾਂ ਨਾਦਰ ਸ਼ਾਹ ਇੱਥੇ ਆਇਆ, ਅਬਦਾਲੀ ਆਇਆ, ਸਮੇਂ-ਸਮੇਂ ਉੱਤੇ ਸਿੱਖ ਸਨ ਉਹ ਇਕੱਤਰਤ ਹੋ ਕੇ ਵਿਚਾਰਾਂ ਵਟਾਂਦਰਾ ਕਰਦੇ ਰਹੇ ਭਵਿੱਖ ਦੇ ਵਿੱਚ ਜਿਹੜਾ ਸੀ ਉਹ ਆਪਾਂ ਅੱਗੇ ਕਿਵੇਂ ਵਧਣਾ। ਇਸ ਕਰਕੇ ਸਰਬੱਤ ਖਾਲਸਾ ਇੱਕ ਬਹੁਤ ਪਵਿੱਤਰ ਕਨਸੈਪਟ ਹੈ ਕਿ ਸਿੱਖ ਆਪਸ ਵਿੱਚ ਬੈਠਣ, ਸਿਰ ਜੋੜ ਕੇ ਬੈਠਣ, ਆਪਸੇ ਮਸਲੇ ਜਿਹੜੇ ਹੈ ਲੜਾਈ ਝਗੜੇ ਖਤਮ ਕਰਨ ਤੇ ਕੌਮ ਨੇ ਅੱਗੇ ਕਿਵੇਂ ਵਧਣਾ ਉਹਦੇ ਲਈ ਇੱਕ ਵਿਚਾਰ ਵਟਾਂਦਰਾ ਕੀਤਾ ਜਾਏ। ਜੀ, ਪਰ ਜਿਵੇਂ ਹੁਣ ਸਰਬੱਤ ਖਾਲਸਾ ਦੀ ਗੱਲ ਆਈ ਹੈ, ਹੁਣ ਅੰਮ੍ਰਿਤਪਾਲ ਸਿੰਘ 18 ਤਰੀਕ ਤੋਂ 18 ਮਾਰਚ ਤੋਂ ਉਹ ਜਿਹੜੇ ਹੈ ਚਲੇ ਜਾਂਦੇ ਆ, ਪੁਲਿਸ ਪਿੱਛੇ ਆ, ਉਹ ਲੁਕ ਜਾਂਦੇ ਆ। ਲੁਕ ਕੇ ਹੁਣ ਉਹ ਇੱਕ ਉਹਨਾਂ ਦੀ ਵੀਡੀਓ ਆਉਂਦੀ ਹੈ, ਪਹਿਲੀ ਵੀਡੀਓ ਆਉਂਦੀ ਹੈ, ਵੀਡੀਓ ਤੋਂ ਬਾਅਦ ਦੂਜੀ ਵੀਡੀਓ ਆਉਂਦੀ ਹੈ, ਉਹ 'ਚ ਮੰਗ ਕਰਦੇ ਆ ਕਿ ਜਥੇਦਾਰ ਸਾਹਿਬ ਹੁਣ ਜੇ ਚਾਹੁੰਦੇ ਆ ਕਿ ਕੌਮ ਉਹਨਾਂ ਦੇ ਨਾਲ ਖੜੇ ਤਾਂ ਉਹ ਸਰਬੱਤ ਖਾਲਸਾ ਸੱਦਣ। ਕੀ ਅੰਮ੍ਰਿਤਪਾਲ ਸਿੰਘ ਜਾਂ ਅਜਿਹੀ ਇੱਕ ਕਾਲ ਦੇ ਉੱਤੇ ਇੱਕ ਘਟਨਾ ਨੂੰ ਲੈ ਕੇ ਸਰਬੱਤ ਖਾਲਸਾ ਸੱਦਿਆ ਜਾ ਸਕਦਾ? ਹਾਂ, ਵੇਖੋ ਸਾਡੇ ਕੋਲੇ ਦੋ ਹੀ ਆਧਾਰ ਨੇ। ਜਿਹੜਾ ਧਰਮ ਹੁੰਦਾ ਨਾ ਬਾਈ ਜੀ, ਧਰਮ ਦੇ ਵਿੱਚ ਇੱਕ ਤਾਂ ਸਿਧਾਂਤ ਹੁੰਦਾ, ਇੱਕ ਰਵਾਇਤ ਹੁੰਦੀ ਹੈ ਜੀ। ਜਿਹੜੀਆਂ ਰਵਾਇਤਾਂ ਨੇ ਉਹ ਵੀ ਧਰਮ ਸਿਧਾਂਤਾਂ ਦੇ ਅਨੁਸਾਰ ਚੱਲਦੀਆਂ, ਔਰ ਸਿਧਾਂਤ ਜਿਹੜਾ ਸਾਡੀ ਗੁਰਬਾਣੀ ਵਿੱਚੋਂ ਨਿਕਲਦਾ ਜੀ। ਜਦੋਂ ਅਸੀਂ ਸਰਬੱਤ ਖਾਲਸਾ ਦੀ ਗੱਲ ਕਰਦੇ ਹਾਂ, ਥੋੜਾ ਜਿਹਾ ਪਿੱਛੇ ਸਭ ਤੋਂ ਪਹਿਲਾਂ ਸਾਨੂੰ ਇਹ ਕਲੀਅਰ ਕਰਨਾ ਪਏਗਾ ਵੀ ਸਰਬੱਤ ਖਾਲਸਾ ਬੁਲਾਉਣ ਦੀ ਜਿਹੜੀ ਹੈਗੀ ਆ ਉਹ ਜ਼ਿੰਮੇਵਾਰੀ ਜਾਂ ਬੁਲਾਉਣ ਕੌਣ ਬੁਲਾ ਸਕਦਾ। ਪਹਿਲਾਂ ਤਾਂ ਇਹ ਸਾਨੂੰ ਕਲੀਅਰ ਕਰਨਾ ਪਏਗਾ ਇਹ ਅਥਾਰਟੀ ਕਿਹਦੇ ਕੋਲੇ ਸਰਬੱਤ ਖਾਲਸਾ ਬੁਲਾਉਣ ਦੀ। ਜੀ। ਦੂਜੀ ਗੱਲ ਇਹ ਆ ਵੀ ਉਹਦੇ ਸ਼ਾਮਲ ਕੌਣ-ਕੌਣ ਹੋ ਸਕਦਾ ਜੀ। ਸਰਬੱਤ ਖਾਲਸਾ ਸ਼ਾਮਲ ਕੌਣ-ਕੌਣ ਹੋ ਸਕਦਾ, ਕਿਹੜੇ-ਕਿਹੜੇ ਨਹੀਂ ਹੋ ਸਕਦੇ। ਤਿੰਨ ਗੱਲਾਂ ਵਿਚਾਰਨੀਆਂ ਪੈਣਗੀਆਂ। ਸਰਬੱਤ ਖਾਲਸਾ ਕੌਣ ਬੁਲਾ ਸਕਦਾ, ਸ਼ਾਮਲ ਕੌਣ ਨਹੀਂ ਹੋ ਸਕਦੇ। ਹੁਣ ਇਹ ਸਾਨੂੰ ਇਤਿਹਾਸ ਵਿੱਚੋਂ ਵੇਖਣਾ ਪਏਗਾ। ਜਦੋਂ ਅਸੀਂ ਸਰਬੱਤ ਖਾਲਸਾ ਜਿਹੜੇ ਅਸੀਂ ਦੇਖਦੇ ਹਾਂ 1722 ਦਾ, ਉਸ ਤੋਂ ਬਾਅਦ 48 ਦਾ, 62 ਦਾ, ਉਹਦੇ 'ਚ ਕੁਝ ਘਟਨਾਵਾਂ ਆਪਾਂ ਵੇਖੀਏ ਤਾਂ ਦੇਖੋ ਦੋ ਤਰ੍ਹਾਂ ਦੇ ਜਿਹੜੇ ਸਿੱਖ ਸਨ। ਪਹਿਲੀ ਗੱਲ ਤਾਂ ਇਹ ਵੀ ਬੁਲਾ ਕੌਣ ਸਕਦਾ। ਉਸ ਸਮੇਂ ਦੇ ਜਿਹੜੇ ਤਖਤਾਂ ਦੇ ਉੱਪਰ ਅਕਾਲੀ ਜਿਹੜੇ ਸਿੱਖ ਸਨ, ਉਸ ਸਮੇਂ ਅਕਾਲੀ ਸਾਰਿਆਂ ਨੂੰ ਕਿਹਾ ਜਾਂਦਾ ਸੀ ਜੀ। ਜਿਹੜੇ ਅਕਾਲੀ ਸਿੱਖ ਸਨ, ਅਕਾਲੀ ਦਾ ਅਰਥ ਹੈ ਜਿਹੜੇ ਸਿਰਫ ਇੱਕ ਅਕਾਲ ਪੁਰਖ ਦੇ ਉੱਤੇ ਭਰੋਸਾ ਰੱਖਣ ਵਾਲੇ, ਜਿਨ੍ਹਾਂ ਦਾ ਕੋਈ ਰਾਜਨੀਤਿਕ ਇੱਛਾ ਸ਼ਕਤੀ ਨਹੀਂ ਹੈ, ਜਿਹੜੇ ਪੰਥ ਵਸੇ ਮੈਂ ਉਜੜਾ ਮਨ ਚਾਓ ਘਨੇਰਾ ਦੀ ਬਿਰਤੀ ਵਾਲੇ, ਤੇ ਸਿੱਖਾਂ ਲਈ ਕੰਮ ਕਰਨ ਵਾਲੇ ਪਰ ਕਿਸੇ ਅਹੁਦੇ ਦੀ ਲਾਲਸਾ ਨਾ ਰੱਖਣ ਵਾਲੇ ਜੀ, ਉਹਨਾਂ ਨੂੰ ਅਕਾਲੀ ਕਿਹਾ ਜਾਂਦਾ ਸੀ। ਉਹ ਜਿਹੜੇ ਤਖਤਾਂ ਦੇ ਉੱਪਰ ਜ਼ਿੰਮੇਵਾਰ ਉਹ ਅਕਾਲੀ ਬੈਠੇ ਸਨ, ਉਹ ਸਰਬੱਤ ਖਾਲਸੇ ਦੀ ਕੌਲ ਦਿੰਦੇ ਸੀ ਜੀ। ਸਿੱਖ ਇਕੱਠੇ ਹੁੰਦੇ ਸੀ, ਇਕੱਠੇ ਹੋ ਕੇ ਜਥੇਦਾਰ ਦੇ ਕੋਲੇ ਕੋਈ ਉੱਦਾਂ ਦਾ ਕੌਲ ਕਰਨ ਵਾਲੇ ਬੰਦੇ ਕੋਲੇ ਕੋਈ ਅਧਿਕਾਰ ਨਹੀਂ ਸੀ ਹੁੰਦਾ ਵੀ ਉਹ ਕੋਈ ਫੈਸਲਾ ਸੁਣਾਵੇ ਜੀ। ਉਹ ਸਿਰਫ ਇੱਕ ਸਪੋਕਸ ਪਰਸਨ ਹੁੰਦਾ ਸੀ, ਉਹ ਦਿੰਦੇ ਸਨ। ਉੱਥੇ ਫਿਰ ਦੂਜਾ ਸਵਾਲ ਖੜਾ ਹੁੰਦਾ ਹੈ ਵੀ ਉਹਦੇ ਸ਼ਾਮਲ ਕੌਣ ਹੋ ਸਕਦਾ ਤੇ ਕੌਣ ਨਹੀਂ ਹੋ ਸਕਦਾ। ਉਹਦੇ 'ਚ ਦੋ ਤਰ੍ਹਾਂ ਦੇ ਜਿਹੜੇ ਸਿੱਖ ਹੁੰਦੇ ਸਨ। ਇੱਕ ਉਹ ਸਿੱਖ ਜਿਹੜੇ ਆਮ ਸਿੱਖ ਸੀ, ਜਿਹੜੇ ਗੁਰਬਾਣੀ ਦੇ ਸਿਧਾਂਤਾਂ ਦੇ ਅਨੁਸਾਰ ਆਪਣੀ ਜ਼ਿੰਦਗੀ ਬਤੀਤ ਕਰਦੇ ਸੀ। ਇੱਕ ਉਹ ਸਿੱਖ, ਦੂਜੇ ਉਹ ਸਿੱਖ ਜਿਹੜੇ ਖੁਦ ਮੁਖਤਿਆਰ ਸਨ ਜੀ, ਔਰ ਉਸ ਸਮੇਂ ਸਰਕਾਰ ਦੇ ਨਾਲ, ਹਕੂਮਤ ਦੇ ਨਾਲ ਸੰਘਰਸ਼ ਕਰਦੇ ਸੀ ਜੀ, ਇਹਨਾਂ ਨੂੰ ਅਸੀਂ ਬਾਗੀ ਵੀ ਕਹਿ ਸਕਦੇ ਹਾਂ ਜੀ। ਵੱਖ-ਵੱਖ ਜਥਾ 'ਚ ਵੰਡੇ ਹੁੰਦੇ ਸੀ ਜੀ। ਉਹ ਦੋ ਤਰ੍ਹਾਂ ਦੇ ਜਿਹੜੇ ਸਿੱਖ ਸਨ ਉਹ ਸਰਬੱਤ ਖਾਲਸਾ ਵਿੱਚ ਆਉਂਦੇ ਸੀ। ਇੱਕ ਆਮ ਸਿੱਖ ਜਿਹੜੇ ਇੱਕ ਅਕਾਲ ਪੁਰਖ ਤੇ ਇੱਕ ਗੁਰੂ ਗ੍ਰੰਥ ਸਾਹਿਬ ਤੇ ਭਰੋਸਾ ਰੱਖਦੇ ਆ ਜੀ। ਇਹ ਨਹੀਂ ਆ ਵੀ ਤੁਰਿਆ ਕਿਤੇ ਮਰਜੀ ਫਿਰ ਸਰਬੱਤ ਖਾਲਸਾ ਵਾਰੀ ਮੈਂ ਉੱਥੇ ਪਹੁੰਚ ਗਿਆ। ਦੋ ਤਰ੍ਹਾਂ ਦੇ ਸਿੱਖ ਆ ਸਕਦੇ ਸੀ। ਜਿਹੜੇ ਦੋ ਤਰ੍ਹਾਂ ਸਿੱਖ ਨਹੀਂ ਸੀ ਆ ਸਕਦੇ ਉਹਨਾਂ ਵਿੱਚ ਕੌਣ ਸੀ? ਇੱਕ ਸਾਡੇ ਮਿਲਵਰਤਨੀਏ ਸਰਦਾਰ ਇਤਿਹਾਸ ਵਿੱਚ ਨਾਮ ਮਿਲਦਾ ਸਾਨੂੰ, ਮਿਲਵਰਤਨੀਏ ਸਿੱਖ ਸਰਦਾਰ। ਮਿਲਵਰਤਨੀਏ ਸਿੱਖ ਸਰਦਾਰ ਉਹ ਹੁੰਦੇ ਸੀ ਜਿਹੜੇ ਹੁੰਦੇ ਸਿੱਖ ਸਰਦਾਰ ਸੀ ਕਿਸੇ ਨਾ ਕਿਸੇ ਏਰੀਏ ਉੱਤੇ ਉਹਨਾਂ ਦਾ ਕੰਟਰੋਲ ਵੀ ਹੁੰਦਾ ਸੀ ਜੀ। ਪਰ ਉਹ ਜਦੋਂ ਮੁਗਲਾਂ ਦਾ ਰਾਜ ਆਇਆ ਉਹਨਾਂ ਦੇ ਅਧੀਨ ਵੀ ਕੰਮ ਕਰ ਲੈਂਦੇ ਸੀ। ਅੰਗਰੇਜ਼ ਆਏ ਉਹਨਾਂ ਦੇ ਅਧੀਨ ਵੀ ਕੰਮ ਕਰ ਲਿਆ, ਕੋਈ ਹੋਰ ਰਾਜਾ ਆਇਆ ਉਹਨਾਂ ਦੇ ਅਧੀਨ ਵੀ ਕੰਮ ਕਰ ਲਿਆ। ਜਿਵੇਂ ਪਟਿਆਲੇ ਵਾਲੇ ਆਪਾਂ ਕਹਿ ਲਓ, ਪਟਿਆਲੇ ਵਾਲੇ ਆਏ ਉਹ ਸਾਰਿਆਂ ਦੇ ਅਧੀਨ ਕੰਮ ਕਰਦੇ ਰਹੇ। ਅਹਿਮਦ ਸ਼ਾਹ ਅਬਦਾਲੀ ਆਇਆ ਉਦੋਂ ਵੀ ਤੇ ਅੰਗਰੇਜ਼ਾਂ ਵੇਲੇ ਵੀ। ਜਿਹੜੇ ਇਸ ਤਰ੍ਹਾਂ ਦੇ ਸਿੱਖ ਹੁੰਦੇ ਸੀ ਉਹ ਸਰਬੱਤ ਖਾਲਸਾ ਦੇ ਵਿੱਚ ਨਹੀਂ ਸੀ ਆ ਸਕਦੇ ਜੀ। ਉਹਦਾ ਕਾਰਨ ਇੱਕੋ ਹੀ ਸੀ ਵੀ ਉਹ ਸਰਕਾਰ ਕਿਸੇ ਵੱਖਰੀ ਇੱਕ ਪਰਮਾਤਮਾ ਤੋਂ, ਇੱਕ ਗੁਰੂ ਤੋਂ, ਇੱਕ ਕਿਸੇ ਵੱਖਰੀ ਸ਼ਕਤੀ ਦੇ ਅਧੀਨ ਕੰਮ ਕਰਦੇ ਪਏ ਆ ਜੀ। ਉਹ ਨਹੀਂ ਸੀ ਆ ਸਕਦੇ। ਫਿਰ ਚੌਥੇ ਤਰ੍ਹਾਂ ਦੇ ਜਿਹਨੂੰ ਚਕਰੈਲ ਸਿੱਖ ਆਪਾਂ ਕਹਿੰਦੇ ਆ। ਚਕਰੈਲ ਸਿੱਖ ਹੁੰਦੇ ਨੇ
ਜਿਹੜੇ ਕਿ ਸਰਕਾਰੀ ਹਕੂਮਤ ਦੇ ਅੰਡਰ ਕੰਮ ਕਰਦੇ ਹੁੰਦੇ, ਨੌਕਰੀ ਪੇਸ਼ਾ ਕਰਦੇ ਸੀ। ਜਿਵੇਂ ਅਸੀਂ ਕਹਿ ਸਕਦੇ ਹਾਂ ਸੁਭੇਗ ਸਿੰਘ, ਜਦੋਂ ਆਪਾਂ ਟਰੱਕਾਂ ਚੜ੍ਹਿਆ ਗਿਆ ਸਰਦਾਰ ਸੁਭੇਗ ਸਿੰਘ, ਉਹ ਤੁਸੀਂ ਦੇਖੋ ਵੀ ਉਹ ਲਾਹੌਰ ਦਰਬਾਰ 'ਚ ਕੰਮ ਕਰਦੇ ਨੇ, ਹੈ ਸਿੱਖ ਨੇ। ਦੀਵਾਨ ਕੌੜਾ ਮੱਲ, ਉਸ ਤੋਂ ਬਾਅਦ ਭਾਈ ਆਲੀ ਸਿੰਘ, ਭਾਈ ਮਾਲੀ ਸਿੰਘ, ਮੱਲਾ ਸਿੰਘ ਬਹਾਦਰ ਦੇ ਵੇਲੇ ਸਿੱਖ ਹੋਏ ਨੇ। ਉਹ ਸਿੱਖ ਸਰਕਾਰੀ ਨੌਕਰੀ ਕੰਮ ਕਰਦੇ ਨੇ, ਹੈ ਸਿੱਖ ਨੇ। ਉਹ ਸਿੱਖਾਂ ਨੂੰ ਵੀ ਸਰਬੱਤ ਖਾਲਸਾ ਦੇ ਵਿੱਚ ਆਉਣ ਦੀ ਆਗਿਆ ਨਹੀਂ ਹੁੰਦੀ ਸੀ। ਤੋ ਇਸ ਕਰਕੇ ਹੁਣ ਜਿਹੜਾ ਤੁਸੀਂ ਗੱਲ ਕੀਤੀ ਅੰਮ੍ਰਿਤਪਾਲ ਸਿੰਘ ਹੋਰੀ ਕਾਲ ਕੀਤੀ ਗਈ ਹੈ, ਪਹਿਲਾਂ ਤਾਂ ਅੰਮ੍ਰਿਤਪਾਲ ਸਿੰਘ ਕੋਲ ਤਾਂ ਕੋਈ ਅਧਿਕਾਰ ਨਹੀਂ ਹੈ, ਸਿਰਫ ਹੁਣ ਚਲੋ ਉਹਨਾਂ ਨੇ ਇਹ ਕਹਿ ਲਓ ਵੀ ਬੇਨਤੀ ਕੀਤੀ ਉਹਨਾਂ ਨੇ ਜਥੇਦਾਰ ਸਾਹਿਬ ਨੂੰ। ਹੁਣ ਸਭ ਤੋਂ ਪਹਿਲਾਂ ਸਵਾਲ ਇਹ ਪੈਦਾ ਹੁੰਦਾ ਹੈ ਵੀ ਜਦੋਂ ਚੱਬੇ ਸਰਬੱਤ ਖਾਲਸਾ 2015 ਬੁਲਾਇਆ ਜਾਂਦਾ ਹੈ, ਜਿਸ ਧਿਰ ਦੇ ਨਾਲ ਜਾਂ ਜਿਸ ਵਿਚਾਰਧਾਰਾ ਦੇ ਨਾਲ ਅੰਮ੍ਰਿਤਪਾਲ ਸਿੰਘ ਸਹਿਮਤ ਨੇ, ਉਹ ਵਿਚਾਰਧਾਰਾ ਦੇ ਬੰਦੇ ਚੱਬੇ ਦੇ ਸਰਬੱਤ ਖਾਲਸਾ ਵਿੱਚ ਜਥੇਦਾਰ ਸ਼੍ਰੀ ਅਕਾਲ ਤਖ਼ਤ ਨੂੰ ਰਿਜੈਕਟ ਕਰਕੇ ਉਹਦੀ ਥਾਂ ਦੇ ਉੱਪਰ ਜਗਤਾਰ ਸਿੰਘ ਹਵਾਰਾ ਨੂੰ ਜਥੇਦਾਰ ਬਣਾ ਦਿੰਦੇ ਆ। ਸਮਝੋ ਜੀ ਗੱਲ। ਜੀ। ਹੁਣ ਜਿਹੜੇ ਅੰਮ੍ਰਿਤਪਾਲ ਸਿੰਘ ਦੇ ਨਾਲ ਦੇ ਬੰਦੇ ਆ, ਉਹ ਸ਼ਰੇਆਮ ਹਰਪ੍ਰੀਤ ਸਿੰਘ ਨੂੰ ਰਿਜੈਕਟ ਕਰਕੇ ਜਗਤਾਰ ਸਿੰਘ ਹਵਾਰਾ ਨੂੰ ਉਹ ਜਥੇਦਾਰ ਮੰਨਦੇ, ਹਜੇ ਤੱਕ ਵੀ ਮੰਨਦੇ ਆ। ਪਰ ਜਦੋਂ ਹੁਣ ਸਰਬੱਤ ਖਾਲਸਾ ਬਣਾਉਣ ਦੀ ਕਾਲ ਆਉਂਦੀ ਹੈ, ਉਹ ਅੰਮ੍ਰਿਤਪਾਲ ਸਿੰਘ ਹਰਪ੍ਰੀਤ ਸਿੰਘ ਨੂੰ ਬੇਨਤੀ ਕਰਦੇ ਪਏ ਆ। ਇਹਦੇ 'ਚ ਨਹੀਂ, ਹੁਣ ਇਹਦੇ 'ਚ ਸਾਨੂੰ ਕੀ ਕੁਛ ਨਾ ਕੁਛ ਸਮਝਣਾ ਪੈਂਦਾ ਵੀ ਸਭ ਤੋਂ ਪਹਿਲਾਂ ਤੇ ਇਹ ਅੰਮ੍ਰਿਤਪਾਲ ਸਿੰਘ ਨੂੰ ਕਲੀਅਰ ਕਰਨਾ ਚਾਹੀਦਾ ਸੀ ਵੀ ਮੈਂ ਜਿਹੜਾ ਜਥੇਦਾਰ ਹੈ ਉਹ ਹਰਪ੍ਰੀਤ ਸਿੰਘ ਨੂੰ ਮੰਨਦਾ ਹਾਂ ਜਾਂ ਮੈਂ ਜਗਤਾਰ ਸਿੰਘ ਹਵਾਰਾ ਨੂੰ ਮੰਨਦਾ ਹਾਂ। ਪਹਿਲੀ ਤਾਂ ਗੱਲ ਇਹ ਹੋਣੀ ਚਾਹੀਦੀ ਸੀ। ਦੂਜੀ ਗੱਲ ਇਹ ਹੈ ਵੀ ਸਰਬੱਤ ਖਾਲਸਾ ਬੁਲਾਇਆ ਕਿਉਂ ਜਾ ਰਿਹਾ ਹੈ। ਹੁਣ ਆਮ ਸਿੱਖਾਂ ਨੂੰ, ਮੈਨੂੰ ਲੱਗਦਾ ਵੀ 90% ਸਿੱਖਾਂ ਨੂੰ ਇਹੀ ਨਹੀਂ ਗੱਲ ਦਾ ਪਤਾ ਵੀ ਸਰਬੱਤ ਖਾਲਸਾ ਕਿਉਂ ਬੁਲਾਉਣਾ। ਤੀਜੀ ਗੱਲ ਇਹ ਕਿ ਸਰਬੱਤ ਖਾਲਸਾ ਦੇ ਵਿੱਚ ਸ਼ਾਮਲ ਕੌਣ ਹੋ ਸਕਦਾ। ਜੇ ਆਪਾਂ ਦੇਖੀਏ ਤਾਂ ਕੀ ਜਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦੇ ਕੋਲੇ ਕੀ ਅਥਾਰਟੀ ਹੈ ਉਹ ਸਰਬੱਤ ਖਾਲਸਾ ਬੁਲਾ ਸਕਦੇ ਆ। ਤੁਸੀਂ ਕਹੋਗੇ ਕਿਵੇਂ। ਜਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਨੇ ਜਿਹੜੇ, ਉਹ ਸ਼੍ਰੋਮਣੀ ਕਮੇਟੀ ਦੇ ਵੱਲੋਂ ਥਾਪੇ ਹੋਏ ਆ ਜੀ, ਔਰ ਸ਼੍ਰੋਮਣੀ ਕਮੇਟੀ ਜਿਹੜੀ ਹੈ ਉਹ ਗ੍ਰਹਿ ਮੰਤਰਾਲਿਆ ਦੇ ਅਧੀਨ ਹੈ। ਉਹ ਭਾਰਤੀ ਕਾਨੂੰਨ ਦੇ ਅਨੁਸਾਰ ਕੰਮ ਕਰਦੀ ਹੈ। ਉਹਦੇ ਇਲੈਕਸ਼ਨ ਨੇ ਜਿਹੜੇ ਉਹ ਭਾਰਤੀ ਕਾਨੂੰਨ ਦੇ ਅਨੁਸਾਰ ਹੁੰਦੇ ਪਏ ਨੇ ਜੀ। ਹੁਣ ਤੁਸੀਂ ਦੇਖੋ, ਇਟ ਮੀਨਸ ਇਹ ਹੋ ਗਿਆ ਵੀ ਭਾਰਤੀ ਸੰਵਿਧਾਨ ਜਾਂ ਭਾਰਤੀ ਹਕੂਮਤ ਦੇ ਅਧੀਨ ਸ਼੍ਰੋਮਣੀ ਕਮੇਟੀ ਦੀ ਚੋਣ ਹੁੰਦੀ ਹੈ। ਉਹ ਚੁਣੇ ਹੋਏ ਬੰਦੇ ਜਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਚੁਣਦੇ ਨੇ ਜੀ, ਤੇ ਫਿਰ ਸਰਕਾਰ ਦੇ ਅਧੀਨ ਚੱਲਣ ਵਾਲੀ ਜਿਹੜੀਆਂ ਸੰਸਥਾਵਾਂ ਨੇ ਔਰ ਉਹਨਾਂ ਵਿੱਚੋਂ ਨਿਕਲਿਆ ਹੋਇਆ ਜਥੇਦਾਰ ਕਿ ਉਹ ਸਰਬੱਤ ਖਾਲਸਾ ਬੁਲਾ ਲੇਗਾ ਜੀ, ਨਹੀਂ ਬੁਲਾ ਸਕਦਾ। ਇਸ ਕਰਕੇ ਪਹਿਲੀ ਗੱਲ ਤੇ ਜੇ ਅਸੀਂ ਸਿੱਖ ਰਵਾਇਤਾਂ ਦੀ ਗੱਲ ਕਰੀਏ ਤੇ ਗਿਆਨੀ ਹਰਪ੍ਰੀਤ ਸਿੰਘ ਦੇ ਕੋਲੇ ਸਰਬੱਤ ਖਾਲਸਾ ਬਣਾਉਣ ਦੀ ਕੋਈ ਅਥਾਰਟੀ ਨਹੀਂ ਹੈ, ਕਿਉਂਕਿ ਉਹ ਖੁਦ ਮੁਖਤਿਆਰ ਜਿਹੜੀ ਅਕਾਲ ਪੁਰਖ ਸੰਸਥਾ ਪਰਮੇਸ਼ਰ ਦਾ ਸੰਵਿਧਾਨ ਆ ਜਿਹੜਾ, ਉਹਦੇ ਅਨੁਸਾਰ ਤਾਂ ਚੁਣੇ ਨਹੀਂ ਗਏ। ਉਹਨਾਂ ਦੀ ਚੋਣ ਇੱਕ ਸ਼੍ਰੋਮਣੀ ਕਮੇਟੀ ਦੇ ਅਧੀਨ ਹੁੰਦੀ ਆ, ਔਰ ਸ਼੍ਰੋਮਣੀ ਕਮੇਟੀ ਜਿਹੜੀ ਹੈ ਉਹ ਭਾਰਤ ਸਰਕਾਰ ਦੇ ਅੰਡਰ ਆਉਂਦੀ ਹੈ। ਇਸ ਕਰਕੇ ਉਹਨਾਂ ਦਾ ਅਧਿਕਾਰ ਹੀ ਕੋਈ ਨਹੀਂ ਹੈ। ਅਧਿਕਾਰ ਹੀ ਹਾਂ। ਅੱਛਾ, ਇੱਕ ਗੱਲ ਹੁਣ ਦੱਸੋ, ਅੰਮ੍ਰਿਤਪਾਲ ਸਿੰਘ ਜਦੋਂ ਉਹ ਆਏ ਆ, ਐਂਟਰੀ ਹੋਈ ਆ, ਲਗਾਤਾਰ ਗਰਮ ਬਿਆਨ ਸੀ ਸਾਰੀਆਂ ਚੀਜ਼ਾਂ ਦੇ ਉੱਤੇ। ਤੁਸੀਂ ਦੇਖਦੇ ਹੋ ਚੱਕ ਦਿਆਂਗੇ, ਮਾਰ ਦਿਆਂਗੇ, 2 ਬੰਦੇ ਮਰ ਜਾਣਗੇ, ਮੱਸਿਆ ਲੱਗਣੋਂ ਹਟ ਜੂਗੀ, ਜੇ 2-4 ਲਾਲਿਆਂ ਦੀ ਫੈਕਟਰੀਆਂ ਚੱਕ ਦਿਓਗੇ, ਲਾਲੇ ਮਾਰ ਦਿਓਗੇ ਤਾਂ ਵੀ ਕੋਈ ਫਰਕ ਨਹੀਂ ਪੈਂਦਾ। ਅਜਿਹੇ ਬਿਆਨ ਸੀ, ਮੈਂ ਅੜੂੰਗਾ, ਮੈਂ ਖੜੂੰਗਾ, ਮੈਂ ਭੱਜਦਾ ਨਹੀਂ, ਮੈਂ ਕੌਮ ਦੇ ਨਾਲ। ਅੱਜ ਲਗਭਗ 400 ਤੋਂ ਪਲੱਸ ਨੌਜਵਾਨਾਂ ਦੀਆਂ ਗ੍ਰਿਫਤਾਰੀਆਂ ਪੈ ਗਈਆਂ, ਹਾਲੇ ਬਹੁਤੇ ਸਰਕਾਰ ਨੇ ਛੱਡਤੇ, ਕਈ ਜੇਲ੍ਹਾਂ ਦੇ ਵਿੱਚ ਵੀ ਹੈ। ਹੁਣ ਕੀ ਲੱਗਦਾ ਨਹੀਂ ਕਿ ਜੇ ਉਹ ਵਾਕਈ ਸਹਿਰਦ ਸੀ ਤਾਂ ਉਹਨਾਂ ਨੂੰ ਅੱਜ ਉਹਨਾਂ ਨੌਜਵਾਨਾਂ ਨਾਲ ਖੜਨਾ ਚਾਹੀਦਾ ਸੀ। ਨਹੀਂ, ਸਭ ਤੋਂ ਪਹਿਲਾਂ ਤੇ ਬਾਈ ਜੀ ਇਹ ਗੱਲ ਹੈ ਵੀ ਅੰਮ੍ਰਿਤਪਾਲ ਸਿੰਘ ਨੇ ਜਿਹੜਾ ਤੁਹਾਡਾ ਸਵਾਲ ਹੈ ਵੀ ਖੜਨਾ ਚਾਹੀਦਾ ਸੀ ਜਾਂ ਨਹੀਂ ਖੜਨਾ, ਉਹ ਤਾਂ ਗੱਲ ਬਾਅਦ ਦੀ ਹੈ। ਸਭ ਤੋਂ ਪਹਿਲਾਂ ਤੇ ਵੀ ਸਾਡੇ ਏਜੰਡੇ ਨੇ, ਜਿਸ ਏਜੰਡੇ ਦੇ ਉੱਤੇ ਆਪਾਂ ਲੜ ਰਹੇ ਹਾਂ ਵੀ ਅਸੀਂ ਗੁਲਾਮ ਆ। ਪਹਿਲਾਂ ਤੇ ਸਾਨੂੰ ਇਹ ਸਮਝਣਾ ਪਏਗਾ ਵੀ ਅਸੀਂ ਕਿੰਨੇ ਕੁ ਗੁਲਾਮ ਆ, ਕਿ ਅਸੀਂ ਪੂਰਨਕ ਤੌਰ ਤੇ ਗੁਲਾਮ ਆ ਜਾਂ ਅੰਸ਼ਕ ਤੌਰ ਤੇ ਗੁਲਾਮ ਆ। ਜੇ ਅਸੀਂ ਭਾਰਤੀ ਸੰਵਿਧਾਨ ਦੀ ਗੱਲ ਵੀ ਕਰੀਏ, ਮੇਰੀ ਪਿਛਲੇ ਦਿਨ ਕਿਸੇ ਵਕੀਲ ਨਾਲ ਗੱਲ ਹੋ ਰਹੀ ਸੀ, ਗੁਲਾਮੀ 4 ਤਰ੍ਹਾਂ ਦੀ ਹੁੰਦੀ ਹੈ। ਇੱਕ ਸਮਾਜਿਕ ਗੁਲਾਮੀ, ਰਾਜਨੀਤਿਕ ਗੁਲਾਮੀ, ਆਰਥਿਕ ਗੁਲਾਮੀ ਤੇ ਧਾਰਮਿਕ ਗੁਲਾਮੀ। 4 ਤਰ੍ਹਾਂ ਦੀ ਗੁਲਾਮੀ ਹੈ। ਹੁਣ ਆਰਥਿਕ ਤੌਰ ਤੇ ਅਸੀਂ ਬਿਲਕੁਲ ਆਜ਼ਾਦ ਹਾਂ ਜੀ, ਅਸੀਂ ਆਪਣਾ ਕੰਮ ਕਰ ਸਕਦੇ ਹਾਂ, ਠੀਕ ਹੈ, ਕੁਝ ਵਿਵਾਦ ਹੋ ਸਕਦੇ ਨੇ ਇੱਦਾਂ, ਪਰ ਆਰਥਿਕ ਤੌਰ ਤੇ ਅਸੀਂ ਆਜ਼ਾਦ ਹਾਂ। ਸਮਾਜਿਕ ਤੌਰ ਤੇ
ਸਾਨੂੰ ਕੋਈ ਸਮੱਸਿਆ ਨਹੀਂ ਹੈ, ਅਸੀਂ ਕਿਤੇ ਵੀ ਆ ਸਕਦੇ ਹਾਂ, ਜਾ ਸਕਦੇ ਹਾਂ, ਕੋਈ ਗੁਲਾਮੀ ਨਹੀਂ ਹੈ। ਤੀਜੀ ਹੈ ਜਿਹੜੀ ਹੈ ਉਹ ਹੈਗੀ ਆਪਾਂ ਨੂੰ ਧਾਰਮਿਕ ਗੁਲਾਮੀ। ਸਾਨੂੰ ਕੋਈ ਗੁਲਾਮੀ ਨਹੀਂ, ਅਸੀਂ ਆਪਣੇ ਗੁਰੂ ਸਾਹਿਬਾਨ ਦੀ ਹਰ ਇੱਕ ਇਨਸਾਨ ਪੂਜਾ ਕਰ ਸਕਦਾ ਹੈ, ਆਪਣੇ ਅਨੁਸਾਰ ਧਰਮ ਨੂੰ ਮੰਨੇ ਨਾ ਮੰਨੇ ਉਹਦੀ ਆਜ਼ਾਦੀ ਹੈ। ਚੌਥੀ ਹੈ ਰਾਜਨੀਤਿਕ ਗੁਲਾਮੀ। ਹਾਂ, ਰਾਜਨੀਤਿਕ ਤੌਰ ਦੇ ਉੱਤੇ ਜਿਹੜਾ ਹੈ ਥੋੜ੍ਹਾ ਜਿਹਾ ਸਿੱਖਾਂ ਨੂੰ ਇਹ ਗੱਲ ਮਹਿਸੂਸ ਹੁੰਦੀ ਹੈ ਕਈ ਵਾਰ ਵੀ ਉਹ ਰਾਜਨੀਤਿਕ ਤੌਰ ਦੇ ਉੱਤੇ ਕੋਈ ਐਸੀ ਧਿਰ ਨਹੀਂ ਹੈ, ਜਿਵੇਂ ਕਿ ਹੁਣ RSS ਹੈ ਤੇ RSS ਨੇ ਗਾ BJP ਨੂੰ ਖੜਾ ਕੀਤਾ ਹੈ ਨਾ। ਹਿੰਦੂ ਨੂੰ ਲੱਗਦਾ ਇਹ ਗੱਲ ਵੀ RSS ਸਾਡੀਆਂ ਜਿਹੜੀਆਂ ਭਾਵਨਾਵਾਂ ਦੀ ਤਰਜਮਾਨੀ ਕਰਦੀ ਹੈ ਔਰ ਉਹ BJP ਦੇ ਰੂਪ ਦੇ ਵਿੱਚ ਸਾਹਮਣੇ ਆ ਗਈ ਰਾਜਨੀਤਿਕ ਤੌਰ ਦੇ ਉੱਪਰ। ਸਿੱਖਾਂ ਨੇ ਅਕਾਲੀ ਦਲ ਨੂੰ ਸਪੋਰਟ ਕੀਤਾ ਸੀ ਵੀ ਇਹ ਜਿਹੜੀਆਂ ਸੀ ਉਹ ਸਿੱਖਾਂ ਦੀ ਭਾਵਨਾਵਾਂ ਦੀਆਂ ਕਦਰ ਕਰਦੀ ਹੋਈ ਤਰਜਮਾਨੀ ਕਰਦੀ ਆ ਕੌਮ ਦੀ, ਪਰ ਉਹ ਵੱਲ ਸਾਰੀ ਗੱਲ ਫੇਲ ਹੋ ਗਈ ਕਿ ਅੱਜ ਜਿਹੜੀ ਹੈ ਕਿ ਕੋਈ ਧਿਰ ਐਸੀ ਹੈ ਜਿਹੜੀ ਸਿੱਖਾਂ ਦੀ ਤਰਜਮਾਨੀ ਕਰਦੀ ਉਹਨੇ ਭਾਵਨਾਵਾਂ ਦੀ ਤੇ ਨਹੀਂ ਦਿਖਾਈ ਦਿੰਦੀ। ਤਾਂ ਰਾਜਨੀਤਿਕ ਤੌਰ ਤੇ ਅਸੀਂ ਕਹਿ ਸਕਦੇ ਹਾਂ ਵੀ ਅਸੀਂ ਥੋੜ੍ਹੇ ਜਿਹੇ ਉਸ ਤਰ੍ਹਾਂ ਦਾ ਨਾਲ ਮਜ਼ਬੂਤ ਨਹੀਂ ਆ, ਪਰ ਜਿਹੜਾ ਅੰਮ੍ਰਿਤਪਾਲ ਸਿੰਘ ਨੇ ਵਰਤਾਰਾ ਪਕੜਿਆ ਜਾਂ ਰਾਹ ਪਕੜਿਆ ਉਹ ਰਾਜਨੀਤਿਕ ਤੌਰ ਦੇ ਉੱਤੇ ਮਜ਼ਬੂਤੀ ਵਾਲਾ ਤੇ ਰਾਹ ਹੀ ਨਹੀਂ ਸੀ ਕੋਈ। ਰਾਜਨੀਤਿਕ ਤੌਰ ਦੇ ਤਾਂ ਮਜ਼ਬੂਤ ਅਸੀਂ ਤਾਂ ਹੋਵਾਂਗੇ ਜਿਹੜੇ ਸਾਡੇ ਬੰਦੇ ਜਿਹੜੇ ਅਸੀਂ ਆਪਦੇ ਸਿੱਖ ਭਾਵਨਾ ਨਾਲ ਜਿਹੜੇ ਗੁੜਚ ਬੰਦੇ ਨੇ ਉਹ ਅਸੀਂ ਵਿਧਾਨ ਸਭਾ ਪਹੁੰਚਾਈਏ, ਉੱਥੇ ਸਾਡੀ ਆਵਾਜ਼ ਬੁਲੰਦ ਕਰਨ ਔਰ ਲੋਕ ਸਭਾ ਵਿੱਚ ਲੈ ਕੇ ਜਾਈਏ। ਤਾਂ ਜਿਹੜੀ ਰਾਜਨੀਤਿਕ ਗੁਲਾਮੀ ਹੈ ਨਾ ਸਾਡੇ ਪੱਲੇ ਪਈ ਹੋਈ, ਉਹਦਾ ਜਿਹੜਾ ਰਾਹ ਹੈ ਉਹ ਅੰਮ੍ਰਿਤਪਾਲ ਵਾਲਾ ਨਹੀਂ ਹੈ, ਉਹਦਾ ਰਾਹ ਹੋਰ ਹੈ। ਉਹਦਾ ਰਾਹ ਹੋਰ ਹੈ, ਪਰ ਉਹ ਕਹਿੰਦੇ ਆ ਵੀ ਭਾਈ ਖਾਈ ਚਲੋ ਛਿੱਤਰ, ਤੁਸੀਂ ਗੁਲਾਮ ਹੈ, ਤੁਸੀਂ ਉਹ ਹੈ। ਉਹ ਫਿਰ ਮਤਲਬ ਈਸਾਈ ਆਂਦੇ ਗੁਰੂ ਬਾਰੇ ਵੀ ਬੰਦਾ ਚੰਗਾ ਬੋਲਦੇ ਆ, ਗੁਰਦੁਆਰਿਆਂ 'ਚੋਂ ਬੈਂਚ ਵੀ ਤੋੜ ਦਿੰਦੇ ਆ, ਉਹ ਸਾਰੀਆਂ ਗੱਲਾਂ ਕਰਦੇ ਆ। ਕੀ ਲੱਗਦਾ ਵੀ ਕੀ ਉਹਨਾਂ ਗੱਲਾਂ ਦੇ ਪਿੱਛੇ ਕੀ ਸੀ, ਅੱਜ ਉਹ ਉੱਥੇ ਆਉਂਦੇ ਨਹੀਂ? ਜਿਹੜਾ ਅੰਮ੍ਰਿਤਪਾਲ ਸਿੰਘ ਦਾ ਜਿਹੜਾ ਸ਼ੁਰੂਆਤ ਵਿੱਚ ਵਰਤਾਰਾ ਸੀ ਵੀ ਪਹਿਲਾਂ ਈਸਾਈਆਂ ਦੇ ਵਿਰੁੱਧ ਬੋਲਿਆ ਗਿਆ, ਉਸ ਤੋਂ ਬਾਅਦ ਫਿਰ ਸਿੱਖ ਗੁਰਦੁਆਰਿਆਂ ਦੇ ਵਿੱਚ, ਅਸਲ ਜਦੋਂ ਤੱਕ ਵੇਖੋ ਮੈਂ ਗਲਤ ਹੋ ਸਕਦਾ, ਪਰ ਜਿਹੜਾ ਤਾਂ ਮੈਨੂੰ ਲੱਗਦਾ ਗਾ ਵੀ ਅੰਮ੍ਰਿਤਪਾਲ ਨੂੰ ਇਹ ਕਲੀਅਰ ਹੀ ਨਹੀਂ ਸੀ ਮੈਂ ਕਰਨਾ ਕੀ ਹੈ। ਜਿਵੇਂ ਕੋਈ ਬੰਦਾ ਨਾ ਘਰੋਂ ਬਿਨਾਂ ਕਿਸੇ ਮਕਸਦ ਤੁਰ ਪੈਂਦੇ ਆਪਾਂ ਵੀ ਜੋ ਜਿਹੜੀ ਗੱਲ ਆਏਗੀ ਕਰ ਲਾਂਗੇ, ਤਾਂ ਮੈਨੂੰ ਲੱਗਦਾ ਉਹ ਕਿਸੇ ਨਾ ਉਹਦਾ ਕੋਈ ਏਜੰਡਾ ਨਹੀਂ ਸੀ, ਸਿਰਫ ਏਜੰਡਾ ਇਹ ਸੀ ਵੀ ਉੜਦੇ ਹੋਏ ਏਜੰਡੇ ਪਕੜਨੇ, ਉਹਨਾਂ ਉੱਤੇ ਬੋਲਣਾ, ਥੋੜਾ ਫੇਮ ਲੈਣਾ ਹੈ। ਜਿਹੜੀ ਸਿੱਖਾਂ ਦੇ ਅੰਦਰ ਇੱਕ ਕੌਮੀ ਆਗੂ ਦੀ ਜਿਹੜੀ ਪਲੇਸ ਖਾਲੀ ਪਈ ਹੈ, ਉਸ ਪਲੇਸ ਦੇ ਉੱਤੇ ਕਬਜ਼ਾ ਕਰਨ ਦੇ ਯਤਨ ਹੋ ਰਹੇ ਨੇ। ਇਹ ਖਾਲੀ ਥਾਂ ਪਈ ਹੈ, ਕੌਮ ਦੇਖ ਰਹੀ ਕੋਈ ਨਵਾਂ ਆਗੂ ਆਵੇ। ਮੈਨੂੰ ਲੱਗਦਾ ਵੀ ਉਹਦੇ ਉੱਤੇ ਕਬਜ਼ਾ ਕਰਨ ਦੀ ਇੱਕ ਨੀਤੀ ਸੀ ਵੀ ਸਿੱਖਾਂ ਦਾ ਇੱਕ ਆਗੂ ਜਿਹੜਾ ਬਣਿਆ ਜਾਵੇ, ਉਹ ਸਪੇਸ ਜਿਹੜੀ ਖਾਲੀ ਪਈ ਆ ਉਹ ਭਰੀ ਜਾਵੇ। ਉਹਦੇ ਲਈ ਬਸ ਫਿਰ ਉਹ ਜਿਹੜੇ ਉੜਦੇ ਤੀਰ ਫੜੇ ਗਏ, ਜਿਹਦਾ ਕੋਈ ਕੌਮ ਨੂੰ ਫਾਇਦਾ ਨਹੀਂ ਹੋਇਆ, ਸਮਾਜ ਨੂੰ ਫਾਇਦਾ ਨਹੀਂ ਹੋਇਆ, ਪੰਥ ਨੂੰ ਕੋਈ ਫਾਇਦਾ ਨਹੀਂ ਹੋਇਆ। ਕਿਉਂਕਿ ਈਸਾਈਆਂ ਦੇ ਵੇਖੋ ਈਸਾਈ ਨੇ ਕੋਈ ਵੀ ਧਾਰਾ ਇੱਥੇ ਪੰਜਾਬ 'ਚ ਕਾਮਯਾਬ ਹੋ ਰਹੀ ਹੈ, ਸਿੱਧੀ ਨੋਰਮਲ ਜੀ ਗੱਲ ਆ ਵੀ ਕਿਤੇ ਸਾਡੀਆਂ ਕਮਜ਼ੋਰੀਆਂ ਨੇ। ਅਸੀਂ ਆਤਮ ਪੜਚੋਲ, ਜਿਹਨੂੰ ਗੁਰਬਾਣੀ ਨੇ ਕਿਹਾ ਆਪ ਗਿਰਾ ਨਿੜੀਵਾਨ ਮੈਂ ਸਿਰ ਨੀਵਾਂ ਕਰ ਦੇਖ, ਸਿਰ ਨੀਵਾਂ ਕਰਕੇ ਅਸੀਂ ਆਪਣੇ ਵੱਲ ਦੇਖੀਏ ਵੀ ਸਾਡੇ ਪੱਲੇ ਕੀ ਹੈ। ਤੋ ਉਹਨੂੰ ਅਸੀਂ ਸਵੈ ਪੜਚੋਲ ਨਾ ਕਰਨ ਦੀ ਥਾਂ ਦੇ ਉੱਤੇ ਅਸੀਂ ਲੋਕਾਂ ਨੂੰ ਦੋਸ਼ ਦਈਏ, ਤਾਂ ਮੈਨੂੰ ਲੱਗਦਾ ਵੀ ਇਹ ਸਹੀ ਨਹੀਂ ਸੀ। ਅੱਛਾ, ਹੁਣ ਤੁਸੀਂ ਕਿਵੇਂ ਦੇਖਦੇ ਹੋ ਵੀ ਨੌਜਵਾਨੀ ਨੂੰ ਇਸ ਤਰੀਕੇ ਦੀਆਂ ਗੱਲਾਂ? ਦੂਜੇ ਪਾਸੇ ਕੁਝ ਬੰਦੇ ਇਹ ਕਹਿ ਰਹੇ ਸੀ ਕਿ ਦੇਖੋ ਅਸੀਂ ਉਹ ਦੌਰ ਦੇਖਿਆ ਹੋਇਆ, ਉਹ ਦੌਰ ਵਾਲੇ ਪਾਸੇ ਨੌਜਵਾਨੀ ਨੂੰ ਨਾ ਲਿਜਾਇਆ ਜਾਵੇ, ਉਹ ਦੌਰ ਬੜਾ ਭਿਆਨਕ ਹੈ, ਜਿਨ੍ਹਾਂ ਨੇ ਉਹ ਦੌਰ ਹੰਢਾਇਆ ਜਾਂ ਜਿਹੜੇ ਉਹ ਦੌਰ ਦੇ ਵਿੱਚੋਂ ਜੇਲ੍ਹਾਂ ਕੱਟ ਕੇ ਆਏ ਆ। ਹੁਣ ਉਹ ਇਹ ਕਹਿੰਦੇ ਸੀ ਵੀ ਯਾਰ ਤੁਸੀਂ ਤਾਂ ਫਿਰ ਡਰ ਕੇ ਰਹੇ ਆ, ਫਿਰ ਐਂ ਰਹਿੰਦੇ ਆ, ਐਂ ਨਹੀਂ ਫਿਰ ਨਿਬੜਨਾਗਾ, ਇਹ ਤਾਂ ਦੋ ਹੱਥ ਕਰਨੇ ਹੀ ਪੈਣਗੇ। ਜਿਹੜੇ ਬੰਦਿਆਂ ਨੇ ਦੋ ਹੱਥ ਕੀਤੇ ਉਹ ਕਹਿੰਦੇ ਹੁਣ ਕਰਨ ਦਾ ਫਾਇਦਾ ਕੋਈ ਨਹੀਂ। ਤੁਸੀਂ ਕਿਵੇਂ ਦੇਖਦੇ ਹੋ? ਅਸਲ ਨਾ ਇਹਦੇ ਉੱਤੇ ਇੱਕ ਸਵੈ ਪੜਚੋਲ ਹੋਣੀ ਚਾਹੀਦੀ, ਸਾਡੀਆਂ ਧਿਰਾਂ ਜਿਹੜੀਆਂ ਨੇ ਉਹ ਜੁੜ ਕੇ ਬੈਠਣ। ਦੇਖੋ ਜਿਹੜਾ ਕੁਝ ਸਿੱਖਾਂ ਨਾਲ ਹੋ ਰਿਹਾ, ਜੇ ਥੋੜ੍ਹਾ ਜਿਹਾ ਅਸੀਂ ਧਿਆਨ ਨਾਲ ਵੇਖੀਏ ਤਾਂ ਸਿੱਖਾਂ ਤੋਂ ਇਲਾਵਾ ਜਿਹੜੀਆਂ ਹੋਰ ਬਹੁਤ ਕੌਮਾਂ ਐਸੀਆਂ ਨੇ ਜਿਹੜੀਆਂ ਹਿੰਦੁਸਤਾਨ ਦੇ ਵਿੱਚ ਹੀ ਜਿਹੜੀਆਂ ਸੇਮ ਸਮੱਸਿਆ ਦੇ ਨਾਲ ਜਿਹੜੀਆਂ ਨੇ ਉਹ ਰਹਿ ਰਹੀਆਂ ਨੇ। ਇਸ ਕਰਕੇ ਮੈਨੂੰ ਲੱਗਦਾ ਵੀ ਇਕੱਲਾ ਇੱਕ ਸਿੱਖਾਂ ਨੂੰ ਪਾਸੇ ਕਰਕੇ ਕਹਿਣਾ ਤੁਸੀਂ ਲੜ ਪਓ ਇਹਨਾਂ ਦੇ ਨਾਲ, ਉਹਦੇ ਨਾਲੋਂ ਬਿਹਤਰ ਹੈ ਵੀ ਜਿਹੜੀਆਂ ਸਮੱਸਿਆਵਾਂ ਦੇ ਅਸੀਂ ਸ਼ਿਕਾਰ ਹਾਂ, ਬਹੁਤ ਸਾਰੀਆਂ ਹਿੰਦੁਸਤਾਨ ਵਿੱਚ ਉਹ ਜਿਹੀਆਂ ਹੋਰ ਧਿਰਾਂ ਨੇ ਉਹ ਵੀ ਉਸੇ ਸੇਮ ਸਮੱਸਿਆ ਦਾ ਸ਼ਿਕਾਰ ਨੇ, ਅਸੀਂ ਨਾਲ ਲਈਏ ਉਹਨਾਂ ਨੂੰ। ਤੁਸੀਂ ਦੇਖੋ ਯੂਪੀ ਦੇ ਵਿੱਚ ਨੇ, ਬਿਹਾਰ ਵਿੱਚ ਦਲਿਤਾਂ ਦਾ ਕੀ ਹਾਲ ਹੈ, ਉਹ ਸਾਡੇ ਵੱਲ ਦੇਖਦੇ ਪਏ ਨੇ। ਨਾਗਾਲੈਂਡ ਵਿੱਚ ਸੰਘਰਸ਼ ਹੋ ਰਿਹਾ, ਦੱਖਣ ਭਾਰਤ ਸਾਰਾ ਜਿਹੜਾ ਹੈ ਉਹ ਬਾਗੀ ਹੋਣ ਲਈ ਖੜਾ ਹੋਇਆ। ਤੁਸੀਂ ਵੇਖੋ ਹਿੰਦੀ ਦੇ ਉੱਤੇ ਉਹਨਾਂ ਦਾ ਕਿੱਦਾਂ ਦਾ ਰਿਐਕਸ਼ਨ ਰਹੀ ਉਹਨਾਂ ਦੀ। ਲਿੰਗਨਾਇਤ ਨੇ, ਜਿਹੜਾ ਲਿੰਗਨਾਇਤ ਇੱਕ ਸਾਊਥ ਦੇ ਵਿੱਚ ਇੱਕ ਲੋਕ ਨੇ, ਉਹਨਾਂ ਨੇ 5 ਕਰੋੜ ਲੋਕਾਂ ਨੇ ਹਿੰਦੂ ਧਰਮ ਹੀ ਛੱਡਤਾ ਵੀ ਅਸੀਂ ਤਾਂ ਇਹਨਾਂ ਨੂੰ ਸਹਿਣ ਨਹੀਂ ਕਰ ਸਕਦੇ। ਹੁਣ ਉਹ ਜਿਹੜੇ ਲੋਕ ਨੇ ਉਹ ਲੋਕ ਵੀ ਦੇਖ ਰਹੇ ਨੇ ਕਿਤੇ ਨਾ ਕਿਤੇ ਯਾਰ ਵੀ ਆਹ ਜਿਹੜੀ ਇੱਕ ਗਲਬਾ ਬਣਾਇਆ ਜਾ ਰਿਹਾ ਔਰੰਗਜ਼ੇਬੀ ਰਾਜ,
ਦੇਖੋ ਔਰੰਗਜ਼ੇਬੀ ਰਾਜ ਹੀ ਆ ਨਾ ਵੀ ਇੱਕੋ ਹੀ ਧਰਮ, ਇੱਕੋ ਹੀ ਝੰਡਾ ਹੋਣਾ ਚਾਹੀਦਾ, ਇੱਕੋ ਹੀ ਭਾਸ਼ਾ ਹੋਣੀ ਚਾਹੀਦੀ ਹੈ ਹਨਾ, ਇੱਕੋ ਹੀ ਧਾਰਮਿਕ ਸਥਾਨ ਹੋਣੇ ਚਾਹੀਦੇ ਨੇ। ਇਹ ਔਰੰਗਜ਼ੇਬ ਦੀ ਨੀਤੀ ਹੈ। ਔਰ ਜੇ ਅੱਜ ਵੀ ਇਹ ਨੀਤੀ ਅਪਣਾਈ ਜਾ ਰਹੀ ਹੈ ਵੀ ਇੱਕੋ ਹੀ ਭਾਸ਼ਾ ਹੋਵੇ, ਇੱਕੋ ਹੀ ਲੋਕ ਹੋਣ, ਇੱਕੋ ਹੀ ਧਰਮ ਹੋਵੇ, ਇੱਕੋ ਹੀ ਬੋਲੀ ਹੋਵੇ, ਇਹ ਔਰੰਗਜ਼ੇਬੀ ਹੈ। ਠੀਕ ਹੈ, ਉਦੋਂ ਅੱਲਾ ਅੱਲਾ ਕਹਿਣ ਵਾਲਾ ਕਰ ਰਿਹਾ ਸੀ, ਹੁਣ ਰਾਮ ਰਾਮ ਕਹਿਣ ਵਾਲਾ ਇਹ ਚੀਜ਼ਾਂ ਕਰਦਾ ਪਰੋਸਦਾ। ਇਸ ਕਰਕੇ ਸਾਨੂੰ ਜਿਹੜੀ ਸਿੱਖਾਂ ਨੂੰ ਲੋੜ ਆ ਨਾ ਇਸ ਸਮੇਂ, ਨਾ ਕਿ ਦੂਜੇ ਲੋਕਾਂ ਤੋਂ ਵੱਖ ਹੋ ਕੇ ਇੱਕ ਵੱਡੀ ਧਿਰ ਨਾਲ ਟਕਰਾਉਣ ਦੀ ਥਾਂ ਦੇ ਉੱਤੇ ਜਿਹੜੀਆਂ ਸਮੱਸਿਆ ਨਾਲ ਅਸੀਂ ਜੂਝ ਰਹੇ ਹਾਂ, ਸਾਡੇ ਨਾਲ ਹੋਰ ਵੀ ਕੌਮਾਂ ਨੇ ਹਿੰਦੁਸਤਾਨ ਜਿਹੜੀਆਂ ਉਸੇ ਸੇਮ ਸਮੱਸਿਆ ਦਾ ਸ਼ਿਕਾਰ ਨੇ, ਅਸੀਂ ਉਹਨਾਂ ਨੂੰ ਨਾਲ ਲੈ ਕੇ ਚੱਲੀਏ। ਉਹ ਦੇਖਦੇ ਪਏ ਨੇ ਵੀ ਯਾਰ ਸਿੱਖ ਸਾਡੀ ਅਗਵਾਈ ਕਰਨ, ਤੇ ਅਸੀਂ ਵੀ ਜਿਹੜਾ ਹੈ ਤੁਸੀਂ ਵੇਖੋ ਦਲਿਤਾਂ ਦੇ ਨਾਲ ਯੂਪੀ ਬਿਹਾਰ 'ਚ ਕੀ ਹੁੰਦਾ, ਬਿਲਕੁਲ ਅਸੀਂ ਉਹਨਾਂ ਨਾਲ ਕਿਉਂ ਨਹੀਂ ਲੈਂਦੇ। ਦੇਖੋ ਇਹ ਨੀਚਾ ਉੱਚ ਕਰੇ ਮੇਰਾ ਗੋਬਿੰਦ ਜਿਹੜਾ ਹੈ, ਜਾਂ ਇਹਨੂੰ ਕੋ ਸਰਦਾਰ ਬਣਾਉ, ਉਹ ਇਕੱਲੇ ਪੰਜਾਬ ਤੱਕ ਸੀਮਤ ਨਾ ਆਪਾਂ ਕਰੀਏ, ਉਹਨੂੰ ਅਸੀਂ ਦੂਰ ਤੱਕ ਲੈ ਕੇ ਜਾਈਏ। ਜਿੰਨੇ ਵੀ ਦੁਨੀਆ ਦੇ ਉੱਤੇ ਕੋਈ ਵੀ ਮਜ਼ਲੂਮ ਹੈ, ਸਿੱਖ ਨੇ ਸਹਾਰਾ ਬਣਨਾ ਹੈ ਉਹਦਾ। ਤੋ ਜਿਹੜੇ ਹਿੰਦੁਸਤਾਨ 'ਚ ਕਰੋੜਾਂ ਲੋਕ ਮਜ਼ਲੂਮ ਨੇ, ਅਸੀਂ ਕਿਉਂ ਨਹੀਂ ਉਹਨੂੰ ਨਾਲ ਖਿੱਚ ਕੇ ਲਿਆਉਂਦੇ, ਉਹ ਸਾਡੀ ਪਾਵਰ ਬਣ, ਅਸੀਂ ਉਹਨਾਂ ਨੂੰ ਆਪਣੇ ਨਾਲ ਖੜੇ ਕਰੀਏ, ਤੇ ਇੱਕ ਜਿਹੜੀ ਅਸੀਂ ਲੜਾਈ ਹਕੂਮਤ ਨਾਲ ਕਰਨੀ ਆ, ਉਹ ਕਿੰਨੀ ਸਾਡੀ ਤਾਕਤ ਵਧੇਗੀ। ਤਾਂ ਉਹਦੇ ਵਿੱਚੋਂ ਅਸੀਂ ਫਿਰ ਜਿਹੜਾ ਹੈ ਉਹ ਮੈਨੂੰ ਲੱਗਦਾ ਵੀ ਸਫਲ ਹੋ ਕੇ ਨਿਕਲ ਸਕਦੇ ਹਾਂ। ਪਰ ਕੱਲੇ ਨਹੀਂ। ਅੱਛਾ, ਹੁਣ ਆਪਾਂ ਅੰਤ ਵੱਲ ਵੱਧਦੇ ਹਾਂ। ਉਹ ਇੱਕ ਗੱਲ ਇਹ ਕਰਦੇ ਹਾਂ ਵੀ ਹੁਣ ਤੁਸੀਂ ਕੀ ਕਹਿਣਾ ਚਾਹੋਗੇ, ਜਿਵੇਂ ਤੁਸੀਂ ਕਿਹਾ ਕਿ ਦੇਸ਼ ਦੇ ਵਿੱਚ ਜਿਵੇਂ ਇੱਕ ਝੰਡਾ, ਇੱਕ ਰੰਗ, ਇੱਕ ਇਹ ਚੀਜ਼ ਨੂੰ ਪ੍ਰਮੋਟ ਕੀਤਾ ਜਾ ਰਿਹਾ, ਕੀ ਲੱਗਦਾ ਹੈ ਕਿ ਉਸੇ ਚੀਜ਼ ਦੇ ਲਈ, ਜਿਵੇਂ ਹੁਣ ਕਈ ਲੋਕ ਇਹ ਵੀ ਕਹਿ ਰਹੇ ਆ ਕਿ ਉਹ ਬੀਜੇਪੀ ਨੇ ਪੂਰੇ ਦੇਸ਼ ਵਿੱਚ ਫਾਇਦਾ ਲੈਣ ਲਈ ਸਿੱਖਾਂ ਨੂੰ ਬਦਨਾਮ ਕੀਤਾ। ਇਹ ਕਿਹਾ ਗਿਆ ਕਿ ਇੱਥੇ ਅੱਤਵਾਦ ਪੈਦਾ ਹੋ ਰਿਹਾ ਸੀ, ਖਾਲਿਸਤਾਨ ਬਣਦੀ ਰਾਹ ਸੀ, ਇੱਥੇ ਅਸੀਂ ਦਬਾ ਦਿੱਤਾ, ਮੋਦੀ ਹੈ ਜੋ ਦੇਸ਼ ਨੂੰ ਬਚਾ ਸਕਦਾ। ਇਹ ਕਈ ਲੋਕਾਂ ਦਾ ਕਹਿਣਾ, ਸਾਡਾ ਨਹੀਂ, ਲੋਕਾਂ ਦਾ ਕਹਿਣਾ। ਕੀ ਲੱਗਦਾ ਹੈ ਕਿ ਉਹ ਏਜੰਡੇ ਨੂੰ ਪੂਰਾ ਕਰਨ ਲਈ ਅੰਮ੍ਰਿਤਪਾਲ ਨੂੰ ਵਰਤਿਆ ਗਿਆ ਜਾਂ ਅੰਮ੍ਰਿਤਪਾਲ ਆਇਆ ਸੀ? ਵੇਖੋ ਅੰਮ੍ਰਿਤ ਹੋ ਸਕਦਾ ਵੀ ਅਸੀਂ ਅੰਮ੍ਰਿਤਪਾਲ ਸਿੰਘ ਦੀ ਅੰਦਰ ਦੀ ਭਾਵਨਾ ਜਿਹੜੀ ਉਹ ਤੇ ਸ਼ੱਕ ਨਹੀਂ ਅਸੀਂ ਕਰਦੇ ਜੀ, ਹੋ ਸਕਦਾ ਉਹ ਸਿੱਖਾਂ ਦਾ ਭਲਾ ਹੀ ਚਾਹੁੰਦਾ ਹੋਵੇ ਜੀ, ਪਰ ਜੋ ਸਾਨੂੰ ਸਾਹਮਣੇ ਤੋਂ ਦਿਖਿਆ ਉੱਪਰ ਤੋਂ ਉਹ ਇੰਜ ਲੱਗਦਾ ਸੀ ਵੀ ਕਿਸੇ ਸੂਝਵਾਨ ਨੀਤੀਵਾਨ ਬੰਦੇ ਦੀਆਂ ਚੀਜ਼ ਇਹ ਇਦਾਂ ਦੀ ਵਰਤਾਰਾ ਨਹੀਂ ਹੋ ਸਕਦਾ ਕਿਉਂਕਿ ਸਟੇਟ ਦੇ ਨਾਲ ਅਸੀਂ ਹਥਿਆਰ ਚੱਕ ਕੇ ਨਹੀਂ ਲੜ ਸਕਦੇ। ਹਾਂ, ਮੈਂ ਤੁਹਾਨੂੰ ਇੱਕ ਉਦਾਹਰਨ ਦਿੰਦਾ ਛੋਟੀ ਜੀ। ਨਪੋਲੀਅਨ ਦੀ ਤੁਸੀਂ ਕਹਾਣੀ ਪੜ੍ਹੋ ਤਾਂ ਜੀਵਨ ਕਦੇ ਪੜ੍ਹੋ ਨਪੋਲੀਅਨ ਦਾ। ਫਰਾਂਸ ਦਾ ਉਹ ਰਾਜਾ ਬਣ ਗਿਆ, ਪਹਿਲਾਂ ਗਵਰਨਰ ਜਨਰਲ ਬਣਿਆ ਫੌਜਾਂ ਦਾ, ਫਿਰ ਫਰਾਂਸ ਦਾ ਰਾਜਾ ਬਣਿਆ। ਅਸਲ ਵਿੱਚ ਫਰਾਂਸ ਦੇ ਛੋਟਾ ਜਿਹਾ ਨਾਲ ਇੱਕ ਛੋਟਾ ਜਿਹਾ ਸਥਾਨ ਪੈਂਦਾ ਸੀ, ਕਾਰਾਸਕੀ ਸ਼ਾਇਦ ਉਹਦਾ ਨਾਮ ਸੀ, ਉੱਥੋਂ ਦਾ ਸੀ ਉਹ ਨਪੋਲੀਅਨ। ਔਰ ਫਰਾਂਸ ਨੇ ਉਹਦੇ ਲੋਕਾਂ ਨੂੰ ਮਾਰ ਕੇ ਉੱਥੇ ਕਬਜ਼ਾ ਕਰ ਲਿਆ, ਜਿਹਦੇ ਵਿੱਚ ਨਪੋਲੀਅਨ ਦਾ ਪੁੱਤਰ ਵੀ ਮਰ ਗਿਆ। ਉਹ ਕਹਿੰਦਾ ਵੀ ਮੈਂ ਆਪਣੇ ਪਿਓ ਦਾ ਬਦਲਾ ਲੈਣਾ ਤੇ ਨਾਲ ਫਰਾਂਸ ਦਾ ਕਬਜ਼ਾ, ਆਪਣੀ ਧਰਤੀ ਜਿਹੜੀ ਆਜ਼ਾਦ ਕਰਾਉਣੀ ਉਹਦੇ ਤੋਂ। ਉਹ ਹੌਲੀ ਹੌਲੀ ਬੱਚਾ ਵੱਧਦਾ, ਵੱਡਾ ਹੁੰਦਾ, ਉਹ ਫਰਾਂਸ ਦੀ ਫੌਜ 'ਚ ਭਰਤੀ ਹੋ ਜਾਂਦਾ। ਭਰਤੀ ਕਿਉਂ ਹੁੰਦਾ ਵੀ ਮੈਂ ਆਪਣੇ ਲੋਕਾਂ ਨੂੰ, ਆਪਣੀ ਧਰਤੀ ਨੂੰ ਆਜ਼ਾਦ ਕਰਾਉਣਾ ਫਰਾਂਸ ਤੋਂ ਤੇ ਆਪਣੇ ਪਿਓ ਦਾ ਬਦਲਾ ਲੈਣਾ, ਤੇ ਫਰਾਂਸ ਦੀ ਫੌਜ 'ਚ ਭਰਤੀ ਹੋ ਜਾਂਦਾ। ਉਹ ਇੰਨਾ ਕੁ ਬਹਾਦਰ ਸੀ, ਹੌਲੀ ਹੌਲੀ ਚੱਲਦਾ ਉਹ ਫੌਜਾਂ ਦਾ ਮੁਖੀ ਬਣ ਜਾਂਦਾ। ਫੌਜਾਂ ਦਾ ਮੁਖੀ ਬਣ ਕੇ ਫਰਾਂਸ ਦੀਆਂ, ਉਹਦਾ ਮਕਸਦ ਉਦੋਂ ਤੱਕ ਵੀ ਇਹ ਸੀ ਵੀ ਮੈਂ ਆਪਣੀ ਧਰਤੀ ਨੂੰ ਆਜ਼ਾਦ ਕਰਾਉਣਾ ਤੇ ਮੈਂ ਫਰਾਂਸ ਨੂੰ ਤਬਾਹ ਕਰਨਾ। ਪਰ ਇੱਕ ਦਿਨ ਉਹ ਇਕੱਲਾ ਬੈਠਾ ਸੋਚਦਾ, ਜਦੋਂ ਹੁਣ ਪਹਿਲਾਂ ਤੇ ਉਸ ਨੂੰ ਖੇਡ ਹੋਰ ਲੱਗਦੀ ਉਹਦੀ ਗੱਲ ਬੜੀ ਸੌਖੀ ਹੈ, ਪਰ ਜਦੋਂ ਖੁਦ ਉਹ ਫੌਜਾਂ ਦਾ ਮੁਖੀ ਬਣ ਗਿਆ ਨਾ, ਪਤਾ ਲੱਗਿਆ ਵੀ ਕਿੰਨੀ ਤਾਕਤ ਹੈ ਫੌਜ ਦੀ, ਕਿਉਂਕਿ ਹੁਣ ਉਹਦੇ ਸਾਹਮਣੇ ਤਾਕਤ ਆ ਚੁੱਕੀ ਸੀ। ਫਿਰ ਉਹਨੇ ਸੋਚਿਆ ਵੀ ਮੈਂ 10 ਜਨਮ ਵੀ ਲੈ ਲਵਾਂ ਤੇ ਮੈਂ ਇਹਨੂੰ ਖਤਮ ਨਹੀਂ ਕਰ ਸਕਦਾ। ਫਿਰ ਉਹਨੇ ਆਪਣੀ ਨੀਤੀ ਬਦਲੀ। ਉਹ ਕਹਿੰਦਾ ਕਿਉਂ ਨਾ ਮੈਂ ਰਾਜ ਕਰਾਂ ਇਹਨਾਂ ਉੱਤੇ, ਇਹ ਮੇਰੇ ਤੇ ਰਾਜ ਕਰਦੇ ਪਏ ਨੇ ਤੇ ਕਿਉਂ ਨਾ ਮੈਂ ਰਾਜ ਕਰਾਂ ਇਹਨਾਂ ਉੱਤੇ। ਮੈਂ ਫਰਾਂਸ ਨੂੰ ਆਪਣੀ ਪ੍ਰਸਿੱਧੀ ਲਈ, ਆਪਣੇ ਲੋਕਾਂ ਲਈ ਵਰਤ ਲਵਾਂ, ਖਤਮ ਕਰਨ ਦੀ ਥਾਂ ਦੇ ਉੱਤੇ। ਔਰ ਫਿਰ ਉਹਨੇ ਫਰਾਂਸ ਦੀਆਂ ਫੌਜਾਂ ਨੂੰ ਵੇਖੋ ਆਪਣੇ ਨਾਲ ਲਿਆ, ਕਿਤਨਾ ਉਹਨੇ ਯੂਰਪ ਜਿੱਤਿਆ, ਜਿੱਤ ਕੇ ਇੰਨਾ ਵੱਡਾ ਫਰਾਂਸ ਦਾ ਬਾਦਸ਼ਾਹ ਬਣਿਆ ਔਰ ਅੱਜ ਉਹਨੂੰ ਵੱਡੇ ਵੱਡੇ ਜਰਨੈਲਾਂ ਵਿੱਚ ਮੰਨਿਆ ਜਾਂਦਾ ਹੈ। ਤੇ ਜੇ ਨਪੋਲੀਅਨ ਮੰਨ ਲਓ ਸੰਘਰਸ਼ ਕਰਦਾ, ਹਾਰ ਜਾਂਦਾ, ਮਰ ਜਾਂਦਾ, ਸ਼ਾਇਦ ਅਸੀਂ ਨਾਮ ਹੀ ਨਾ ਜਾਣਦੇ ਹੁੰਦੇ। ਉਹਨੇ ਆਪਣੀ ਨੀਤੀ ਬਦਲੀ, ਫਰਾਂਸ ਦੀ ਤਾਕਤ ਨੂੰ ਦੇਖਿਆ ਵੀ ਮੈਂ 10 ਜਨਮਾਂ ਤੱਕ ਵੀ ਜਿੱਤ ਨਹੀਂ ਸਕਦਾ, ਪਰ ਇਹਨੂੰ ਮੈਂ ਵਰਤ ਸਕਦਾ। ਤਾਂ ਮੈਨੂੰ ਲੱਗਦਾ ਵੀ ਇੱਦਾਂ, ਮੈਂ ਇਕੱਲਾ ਇਹ ਨਹੀਂ ਕਹਿੰਦਾ ਵੀ ਸੇਮ ਪ੍ਰੋਸੀਜਰ ਅਸੀਂ ਇੱਥੇ ਲਾਗੂ ਕਰਨਾ ਚਾਹੀਦਾ ਸਾਨੂੰ, ਪਰ ਕਈ ਵਾਰ ਸਾਨੂੰ ਇਹ ਹੁੰਦਾ ਵੀ ਕਿਸੇ ਹੋਰ ਨਜ਼ਰੀਏ ਤੋਂ ਵੀ ਸਾਨੂੰ ਕਾਮਯਾਬੀ ਮਿਲ ਸਕਦੀ ਹੁੰਦੀ ਹੈ।
ਸਾਨੂੰ ਸਿੱਖਾਂ ਨੂੰ ਵਿਚਾਰ ਕਰਨਾ ਚਾਹੀਦਾ ਹੈ। ਹਥਿਆਰਾਂ ਨਾਲ ਨਹੀਂ ਲੜ ਸਕਦੇ ਸਟੇਟ ਨਾਲ, ਵੀ ਸਾਨੂੰ ਕਿਸੇ ਨੀਤੀ ਬਦਲ ਕੇ ਢੰਗ ਨਾਲ ਲੜਨਾ ਹਾਂ ਚਾਹੀਦਾ। ਚਲੋ ਆਪਣਾ ਸਮਾਂ ਹੁੰਦਾ, ਪਰ ਮੈਂ ਗੱਲ ਬਈ ਹਮੇਸ਼ਾ ਕਹਿਣਾ ਹੁੰਦਾ ਲੋਕਾਂ ਨੂੰ, ਜੀ ਦੇਖੋ ਇੱਕ ਸਮਾਂ ਸੀ ਜਿਹੜਾ ਅਸੀਂ ਕਹਿੰਦੇ ਆ ਨਾ ਵੀ ਕੋਈ ਕਿਸੇ ਕੋ ਰਾਜ ਨਾ ਦੇ ਹੈ ਜੋ ਲੈ ਹੈ ਨਿਜ ਬਲ ਸੇ ਲੈ ਹੈ, ਇਹ ਗੱਲ ਬਿਲਕੁਲ ਸਹੀ ਹੈ। ਪਰ ਉਹ ਬਲ ਕੱਲਾ ਡਾਂਗ ਥੋੜਾ ਹੁੰਦੀ ਹੈ, ਉਹ ਬਲ ਕੱਲਾ ਡਾਂਗ ਨਹੀਂ ਹੁੰਦੀ। ਯੂਸ ਛੋਟੀ ਜੀ ਕੌਮ ਹੈ ਇੱਕ, ਹਨਾ। ਤੁਸੀਂ ਵੇਖੋ ਵਿਸ਼ਵ ਦੇ ਉੱਤੇ ਉਹ ਰਾਜ ਕਰ ਰਹੇ ਆ। ਗੱਲ ਹੈ ਇੱਕ ਉਹ ਸਮਾਂ ਸੀ ਜੋ ਡਾਂਗ ਦਾ ਡੇਰਾ ਸੀ। ਨਾਦਰ ਸ਼ਾਹ ਬੱਕਰੀਆਂ ਚਾਰਨ ਵਾਲੇ ਦਾ ਪੁੱਤ ਆ, ਇੱਥੇ ਆਉਂਦਾ ਦਿੱਲੀ ਤੇ ਕਬਜ਼ਾ ਕਰ ਲੈਂਦਾ, ਤਲਵਾਰ ਚੱਲਦੀ ਆ ਉਹਦੀ। ਉਦੋਂ ਤਲਵਾਰ ਦਾ ਜ਼ੋਰ ਸੀ, ਪਰ ਅੱਜ ਤਲਵਾਰ ਦਾ ਜ਼ੋਰ ਨਹੀਂ ਰਹਿ ਗਿਆ। ਅੱਡ ਜ਼ੋਰ ਗਿਆਨ ਦਾ। ਠੀਕ ਹੈ, ਜਿਹਦੀ ਆਪਾਂ ਕਹਿੰਦੇ ਵੀ ਤਲਵਾਰ ਜਿਹਦੀ ਚੱਲਦੀ ਹੋਵੇ, ਟੇਬਲ ਟਾਕਿੰਗ ਦੇ ਉੱਤੇ ਵੀ ਉਸੇ ਦੇ ਬਰਾਬਰ ਬੈਠਿਆ ਜਾਂਦਾ, ਇਹ ਗੱਲਾਂ ਠੀਕ ਨੇ। ਪਰ ਮੇਨ ਹੈ ਦੁਸ਼ਮਣ ਦੇ ਵੱਲ ਨਾ ਦੇਖੋ, ਪਹਿਲਾਂ ਆਪਣੀ ਤਾਕਤ ਵੱਲ ਦੇਖੋ। ਤੁਹਾਡੇ ਪੈਰ ਕਿੰਨੇ ਕੁ ਮਜ਼ਬੂਤ ਹੈ, ਤੇ ਸਾਡੇ ਮੈਨੂੰ ਲੱਗਦਾ ਨਹੀਂ ਵੀ ਅਜੇ ਪੈਰ ਇੰਨੇ ਕੁ ਮਜ਼ਬੂਤ ਹੈਗੇ ਨੇ ਵੀ ਅਸੀਂ ਹਥਿਆਰ ਚੱਕ ਕੇ ਲੜ ਸਕਦੇ ਹਾਂ। ਔਰ ਹਥਿਆਰ ਚੱਕਣ 'ਚ ਕੋਈ ਜਿੱਤੇ ਨਾ ਜਿੱਤੇ ਬਾਈ, ਤਬਾਹੀ ਦੋਨਾਂ ਤਰ੍ਹਾਂ ਦੀ ਹੁੰਦੀ ਹੈ। ਦੋਨਾਂ ਤਰ੍ਹਾਂ ਦੀ। ਹਾਂ ਜੀ ਬਿਲਕੁਲ, ਬਹੁਤ ਬਹੁਤ ਧੰਨਵਾਦ ਬਾਈ ਜੀ। ਧੰਨਵਾਦ, ਥੈਂਕ ਯੂ। ਤਾਂ ਗੱਲਬਾਤ ਕੀਤੀ, ਸਰਬੱਤ ਖਾਲਸਾ ਕਿਵੇਂ ਬੁਲਾਇਆ ਜਾਂਦਾ ਹੈ, ਕਿੰਨੀ ਵਾਰ ਬੁਲਾਇਆ ਗਿਆ, ਇਸ ਵਿਸ਼ੇ ਤੇ ਚਰਚਾ ਕੀਤੀ, ਅੰਮ੍ਰਿਤਪਾਲ ਦੇ ਵਿਸ਼ੇ ਤੇ ਚਰਚਾ ਕੀਤੀ। ਉਮੀਦ ਆ ਤੁਹਾਨੂੰ ਪਸੰਦ ਆਵੇਗੀ। ਇਸ ਤਰੀਕੇ ਦੀਆਂ ਹੋਰ ਇੰਟਰਵਿਊ ਦੇਖਣ ਲਈ ਦੇਖਦੇ ਰਹੋ ਸਾਡਾ ਚੈਨਲ ਲੋਕਵਾਈ TV।